ਤੇ ਇਹ ਨਵਾਂ ਹੀ ਤਰੀਕਾ ਬਣਿਆ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਰੋਕ ਲੈਣਾ, ਪ੍ਰਾਈਮ ਮਿਨਿਸਟਰ ਦਾ ਰਸਤਾ ਬੰਦ ਕਰਵਾ ਦੇਣਾ, ਪ੍ਰਾਈਮ ਮਿਨਿਸਟਰ ਨੂੰ 20 ਮਿੰਟ ਰੋਡ ਦੇ ਉੱਤੇ ਤੇ ਇੱਕ ਪੁਲ ਦੇ ਉੱਤੇ ਖਲੋਣਾ ਪਵੇ, ਜਿਹੜਾ ਬੜਾ ਖਤਰਨਾਕ ਹੁੰਦਾ। ਕੋਈ ਮਾਈਨਿੰਗ ਕਰਨੀ ਹੋਵੇ, ਕੋਈ ਬੰਬ ਕਾਂਡ ਕਰਨਾ ਹੋਵੇ, ਸਾਰਿਆਂ ਨਾਲੋਂ ਸੌਖਾ ਤਰੀਕਾ ਹੁੰਦਾ ਹੈ ਸੜਕ ਤੋਂ, ਤਾਂ ਫਿਰ ਬੰਦਾ ਇੱਧਰ ਉੱਧਰ ਹੋ ਜਾਊਗਾ। ਉੱਥੇ ਤਾਂ ਇੱਧਰ ਉੱਧਰ ਹੋਣ ਜੋਗਾ ਵੀ ਨਹੀਂ ਹੁੰਦਾ, ਮੋਹਰੇ ਰਸਤਾ ਬੰਦ ਕਰ ਲਿਆ। ਇਹ ਬੜੀ ਵੱਡੀ ਗਲਤੀ ਹੋਈ ਜੀ ਪੰਜਾਬ ਸਰਕਾਰ। ਜਿੰਨੀ ਦੇਰ ਪੰਜਾਬ ਦਾ ਮੁੱਖ ਮੰਤਰੀ ਨਾ ਚਾਹਵੇ ਉਨੀ ਦੇਰ ਇਹ ਰੁਕਾਵਟ ਨਹੀਂ ਸੀ ਪੈ ਸਕਦੀ। ਪ੍ਰੋਟੋਕਾਲ ਦੇ ਵਿੱਚ ਮੁੱਖ ਮੰਤਰੀ ਦਾ ਏਅਰਪੋਰਟ ਤੇ ਆਉਣਾ ਬਣਦਾ ਸੀ। ਇੱਕ ਪਾਸੇ ਤੇ ਕਹਿੰਦੇ ਨੇ ਪ੍ਰਧਾਨ ਮੰਤਰੀ ਸਾਰਿਆਂ ਦਾ ਸਾਂਝਾ ਹੁੰਦਾ ਤੇ ਪ੍ਰਧਾਨ ਮੰਤਰੀ ਸੁਪਰੀਮ ਹੈ, ਦੂਜੇ ਪਾਸੇ ਰਸਤਾ ਆਪੇ ਬੰਦ ਕਰਾਉਣ ਦੇ ਨੇ। ਸ਼੍ਰੀਮਤੀ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਉਹਨਾਂ ਦੀ ਕੋਠੀ 'ਚ ਗੋਲੀਆਂ ਮਾਰਤਾ, ਰਾਜੀਵ ਗਾਂਧੀ ਮਾਰਤਾ। ਸਰਦਾਰ ਬਿਆਨ ਸਿੰਘ ਜੀ ਦੇਖੋ ਲੋਕਾਂ ਨੂੰ ਨੇੜੇ ਹੋ ਕੇ ਮਿਲਦੇ ਸੀ, ਸੈਕਟਰੀਏਟ 'ਚ ਉਹਨਾਂ ਦੀ ਕਾਰ ਉਡਾ ਕੇ ਬੰਬ ਬਣਾ ਕੇ ਮਾਰਤਾ। ਯਾਰ ਜੇ ਇਹੋ ਜਿਹਾ ਹਾਦਸਾ ਹੋ ਜਾਂਦਾ, ਅਸੀਂ ਪੰਜਾਬੀਆਂ ਨੇ ਕਿੱਥੇ ਜਾਣਾ? ਅਸੀਂ ਪੰਜਾਬੀਆਂ ਨੇ ਸਾਰੀ ਦੁਨੀਆ ਨੂੰ ਮਿਲਣਾ ਹੈ। ਸਾਡੇ ਪੰਜਾਬੀ ਤਾਂ ਹਰ ਦੇਸ਼ 'ਚ ਵਸਦੇ ਨੇ। ਤੁਸੀਂ 7 ਸਾਲ ਤੋਂ ਕੰਮ ਕਰ ਰਹੇ ਸਨ, ਉਹ ਕਿਹੜੇ ਕਾਰਨ ਸਨ ਕਿ ਤੁਹਾਨੂੰ ਉੱਥੋਂ ਕੱਟ ਕੇ ਉੱਥੋਂ ਜਗਵੀਰ ਸਿੰਘ ਬਰਾੜ ਦੁਆਰਾ ਉੱਥੇ ਹਲਕੇ 'ਚ ਲੈ ਜਾਂਦੇ ਨੇ? ਤੇ ਇਹ ਕੀ ਕਾਰਨ ਬਣੇ? ਤੁਹਾਡੀ ਬੜੀ ਬਾਦਲ ਸਾਹਿਬ ਨਾਲ ਸਾਂਝ ਸੀ, ਪਾਰਟੀ ਦੇ ਵਿੱਚ ਤੁਸੀਂ ਸੇਵਾ ਬੜੀ ਕੀਤੀ ਹੈ, ਇਹ ਕੀ ਕਾਰਨ ਬਣ? ਇਹਦੇ 'ਚ ਮੇਨ ਤਾਂ ਮਜੀਠੀਆ ਸਾਹਿਬ ਨੇ ਗਲਤ ਰੋਲ ਕੀਤਾ। ਇੱਕ ਮੁਕਤਸਰ ਤੋਂ ਬੰਦਾ ਲਿਆ ਕੇ ਤੁਸੀਂ ਇੱਥੇ ਖੜਾ ਕਰਨ ਦੇ ਹੋ। ਮੈਂ ਮੁਕਤਸਰ ਜਾ ਕੇ ਇਲੈਕਸ਼ਨ ਲੜ ਸਕਦਾ ਇੱਥੇ? ਉਹ ਆਪਣੇ ਸਹੁਰਿਆਂ ਦੇ ਘਰ 'ਚ ਆ ਕੇ ਬਹਿ ਕੇ ਇਲੈਕਸ਼ਨ ਲੜਨ ਦੇ ਨੇ। ਉਹਨਾਂ ਨੂੰ ਜੇ ਇਹਨਾਂ ਨੇ ਉਦੋਂ ਵੀ ਲੜਾਈ ਸੀ ਨਾ, ਉਹ ਮਨਪ੍ਰੀਤ ਦੀ ਤਾਕਤ ਸੀ, ਤੇ ਮਨਪ੍ਰੀਤ ਨਾਲ ਵੀ ਉਹਨੇ ਧੋਖਾ ਕੀਤਾ, ਕਿਉਂਕਿ ਜਦੋਂ ਪੀਪੀ ਪਾਰਟੀ ਬਣਾਈ ਮਨਪ੍ਰੀਤ ਹੁਣੀ ਬਾਹਰਲੇ ਟੂਰ ਤੇ ਗਏ, ਇਹ ਆਂਦਿਆਂ ਪੈਸਿਆਂ ਤੋਂ ਵਿਗੜ ਗਏ। ਬਾਦਲ ਸਾਹਿਬ ਦੇ ਜਿੰਨੇ ਨਾਲ ਦੇ ਵੱਡੇ ਬੰਦੇ ਆ, ਜਿੰਨੇ ਨਿਕਟਵਰਤੀ ਸੀ, ਉਹ ਸਾਰੇ ਮਜੀਠੀਆ ਸਾਹਿਬ ਨੇ ਖਰਾਬ ਕਰਤੇ, ਬ੍ਰਹਮਪੁਰਾ ਵਾਪਸ ਗਏ। ਪਰ ਪਾਰਟੀਆਂ ਦਾ ਕਿਰਦਾਰ ਬਿਲਕੁਲ ਸਟੇਬਲ ਨਹੀਂ। ਪਾਰਟੀਆਂ ਨੂੰ ਆਪਣਾ ਆਪ ਨਹੀਂ ਪਤਾ ਹੈਗਾ ਕਿ ਕਿਹਨੂੰ ਵੋਟਾਂ ਪੈਣੀਆਂ, ਕਿਹਨੂੰ ਨਹੀਂ ਪੈਣੀਆਂ, ਇਹ ਕਿੱਥੇ ਜਾ ਕੇ ਗੱਲ ਨਿਬੜਨੀ ਹੈ। ਕਿ ਕੱਲ ਬੰਦਾ ਆਇਆ ਤੇ ਉਹਨੂੰ ਟਿਕਟ ਦੇ ਦਿੱਤੀ ਅਕਾਲੀ ਦਲ ਨੇ, ਉਹਨਾਂ ਨਹੀਂ ਖਲੋਣ ਦੇਣਾ। ਤੇ ਸਰਦਾਰ ਭਗਤ ਸਿੰਘ ਤਾਂ 4.5 ਸਾਲ ਬੜੇ ਹੀ ਨਹੀਂ, ਆ ਹੁਣ ਗਰਾਂਟਾਂ ਦਿੰਦੇ ਫਿਰਦੇ। ਕੈਪਟਨ ਅਮਰਿੰਦਰ ਸਿੰਘ ਬਦਨਾਮੀ ਦਵਾਉਣਾ ਚਾਹੁੰਦਾ ਸੀ, ਉਹਨਾਂ ਨੇ ਉਦੋਂ ਧਿਆਨ ਨਹੀਂ ਕੀਤਾ। ਬਾਅਦ 'ਚ ਜਦੋਂ ਸਿਰ ਤੇ ਪਈ, ਫਿਰ ਉਹ ਸਿੰਸੀਅਰ ਹੋ ਕੇ ਚੱਲੇ। ਆਉਣ ਵਾਲੇ ਸਮੇਂ ਸਹੀ ਚੱਲਣਗੇ। ਜਦੋਂ ਬੰਦਾ ਠੇਡਾ ਖਾਂਦਾ, ਜਦੋਂ ਬੰਦੇ ਨੂੰ ਗੁੱਸਾ ਆਉਂਦਾ, ਤੇ ਬੰਦਾ ਉੱਠ ਕੇ ਸੋਚਦਾ ਵੀ ਮੈਂ ਕਿਉਂ ਡਿੱਗਿਆ। ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਮੈਂ ਗੁਰਨਾਮ ਸਿੰਘ ਬਿਲਗਾ, ਤੇ ਇਸ ਵਕਤ ਪੰਜਾਬ ਹੀ ਨਹੀਂ ਪੂਰੇ ਭਾਰਤ ਦੀ ਰਾਜਨੀਤੀ ਦੇ ਵਿੱਚ ਉਬਾਲ ਆਇਆ ਹੋਇਆ। ਉਬਾਲ ਕਿਉਂ ਆਇਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਰੈਲੀ ਕਰਨ ਲਈ ਆਉਂਦੇ ਨੇ, ਤੇ ਉਹਨਾਂ ਨੂੰ ਕੁਝ ਕਾਰਨਾਂ ਕਰਕੇ ਵਾਪਸ ਜਾਣਾ ਪੈ ਰਿਹਾ ਆ। ਵੱਖ-ਵੱਖ ਏਜੰਸੀਆਂ ਉਹਨਾਂ ਕਾਰਨਾਂ ਦੇ ਕਾਰਨ ਲੱਭ ਰਹੀਆਂ ਨੇ ਕਿ ਇਹ ਘਟਨਾ ਕਿਉਂ ਵਾਪਰੀ। ਸਾਡੇ ਨਾਲ ਇਸ ਵੇਲੇ ਮੌਜੂਦ ਹਨ ਸਾਬਕਾ ਵਿਧਾਇਕ ਆਦਮਪੁਰ ਤੋਂ ਸਰਬਜੀਤ ਸਿੰਘ ਮੱਕੜ। ਉਹਨਾਂ ਨਾਲ ਕਰਦੇ ਹਾਂ ਗੱਲਾਂ ਬਾਤਾਂ ਕਿ ਉਹ ਵੀ ਇਸ ਰੈਲੀ ਦਾ ਹਿੱਸਾ ਸਨ, ਵੀ ਅਸਲ ਵਿੱਚ ਗੱਲ ਉੱਥੇ ਹੋਈ ਕੀ। ਮੱਕੜ ਸਾਹਿਬ ਨਿੱਘਾ ਜੀ ਆਏ। ਥੈਂਕ ਯੂ ਜੀ, ਵੈਲਕਮ ਜੀ। ਬਿਲਕੁਲ ਸਰ। ਮੱਕੜ ਸਾਹਿਬ, ਵੱਡਾ ਇਸ ਵਕਤ ਭਾਰਤ ਦੀ ਸਿਆਸਤ ਵਿੱਚ ਉਬਾਲ ਆਇਆ ਹੋਇਆ। ਨੈਸ਼ਨਲ ਮੀਡੀਆ ਇਹ ਗੱਲ ਪ੍ਰਚਾਰਨ ਦੇ ਉੱਤੇ ਇਸ ਵੇਲੇ ਹਾਵੀ ਹੋਇਆ ਕਿ ਜਿਹੜੀ ਚੂਕ ਹੋਈ ਆ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ, ਉਹਨੂੰ ਲੈ ਕੇ ਪੰਜਾਬ ਦੀ ਪੰਜਾਬੀਅਤ ਦੀ ਬੜੀ ਵੱਡੀ ਬਦਨਾਮੀ ਹੋ ਰਹੀ ਹੈ ਇਸ ਵਕਤ। ਕਿ ਵਾਕਿਆ ਹੀ ਉੱਥੇ ਕੋਈ ਚੂਕ ਹੋਈ ਆ ਕਿ ਜਾਂ ਇੱਕ 7 ਜਿਹੜੀ ਕੋਈ ਗੱਲਬਾਤ ਹੋਈ ਆ, ਉਹਨੂੰ ਇਸ ਵੇਲੇ ਮੀਡੀਆ ਉਛਾਲ ਰਿਹਾ, ਭਾਜਪਾ ਦੇ ਥੋੜ੍ਹੇ ਲੀਡਰ ਉਛਾਲ ਰਹੇ ਨੇ? ਨਹੀਂ, ਭਾਜਪਾ ਦਾ ਲੀਡਰ ਤਾਂ ਕੋਈ ਬੋਲਿਆ ਹੀ ਨਹੀਂ ਪਹਿਲਾਂ ਵਿੱਚ। ਭਾਜਪਾ ਦੇ ਲੀਡਰ ਤਾਂ ਜਾਂ ਪੰਡਾਲ ਵਿੱਚ ਸੀਗੇ, ਤੇ ਜਾਂ ਰਸਤੇ 'ਚ ਰੋਕੇ ਹੋਏ ਸੀਗੇ, ਫਸੇ ਹੋਏ ਸੀਗੇ। 3 ਥਾਵਾਂ ਤੇ ਰਸਤੇ 'ਚ ਰੁਕਾਵਟਾਂ ਪਾਈਆਂ ਗਈਆਂ ਕਿ ਇਹਨਾਂ ਦੀਆਂ ਬੱਸਾਂ, ਈਵਨ ਇਹਨਾਂ ਦੀ ਕਾਰਾਂ ਵੀ ਨਾ ਜਾਣ। ਉਹ ਉਹਨਾਂ ਨੇ ਤਰੀਕਾ ਇਹ ਬਣਾਇਆ, ਇੱਕ ਥਾਂ ਤੇ ਕ੍ਰੇਨ ਖੜੀ ਕੀਤੀ ਹੋਈ ਸੀ, ਤੇ ਪੁਲਿਸ ਕਹਿੰਦੀ ਸੀ ਤੁਸੀਂ ਨਹੀਂ ਲੰਘ ਸਕਦੇ। ਜੇ ਪੁੱਛਦੇ ਸੀ ਵੀ ਕਿਉਂ ਨਹੀਂ ਲੰਘ ਸਕਦੇ, ਮੈਂ ਕਿਹਾ ਸਾਡੀ ਕਾਰ ਜਾਣ ਦਿਓ। ਕਹਿਣ ਲੱਗੇ ਜੀ ਇੱਧਰ ਅੱਗੇ ਕਿਸਾਨ ਬੈਠੇ ਨੇ, ਪਰ ਕਿਸਾਨ ਨਹੀਂ ਸੀਗੇ। ਦੂਸਰੇ ਪਾਸੇ ਕਿਸੇ ਪਾਸੇ ਵੀ ਹੋਣ, ਕੋਈ ਐਡੀ ਗੱਲ ਨਹੀਂ ਸੀ ਹੈਗੀ। ਲੱਖਾਂ ਦੀ ਗਿਣਤੀ 'ਚ ਬਾਰਡਰ ਤੇ ਕਿਸਾਨ ਬੈਠੇ ਰਹੇ ਨੇ, ਤੇ ਸਾਈਡ ਤੋਂ ਰਸਤਾ ਬਣਿਆ ਰਿਹਾ। 1 ਸਾਲ ਪੂਰੇ ਉੱਥੇ
ਉਹਨਾਂ ਨੇ ਧਰਨਾ ਦਿੱਤੀ ਰੱਖਿਆ, ਪਰ ਕਦੀ ਕਿਸੇ ਨੂੰ ਕੋਈ ਰੁਕਾਵਟ ਨਹੀਂ ਪਈ, ਕੋਈ ਰਸਤਾ ਨਹੀਂ ਰੋਕਿਆ ਗਿਆ। ਮੈਂ ਲੰਘਾਂ, ਕੋਈ ਲੰਘੇ, ਕੋਈ ਮਤਲਬ ਹੀ ਨਹੀਂ ਕਿਸੇ ਗੱਲ ਦਾ। ਤੇ ਇਹ ਨਵਾਂ ਹੀ ਤਰੀਕਾ ਬਣਿਆ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਰੋਕ ਲੈਣਾ, ਪ੍ਰਾਈਮ ਮਿਨਿਸਟਰ ਦਾ ਰਸਤਾ ਬੰਦ ਕਰਵਾ ਦੇਣਾ, ਪ੍ਰਾਈਮ ਮਿਨਿਸਟਰ ਨੂੰ 20 ਮਿੰਟ ਰੋਡ ਦੇ ਉੱਤੇ ਤੇ ਇੱਕ ਪੁਲ ਦੇ ਉੱਤੇ ਖਲੋਣਾ ਪਵੇ, ਜਿਹੜਾ ਬੜਾ ਖਤਰਨਾਕ ਹੁੰਦਾ। ਕੋਈ ਮਾਈਨਿੰਗ ਕਰਨੀ ਹੋਵੇ, ਕੋਈ ਬੰਬ ਕਾਂਡ ਕਰਨਾ ਹੋਵੇ, ਸਾਰਿਆਂ ਨਾਲੋਂ ਸੌਖਾ ਤਰੀਕਾ ਹੁੰਦਾ ਹੈ ਸੜਕ ਤੋਂ, ਤਾਂ ਫਿਰ ਬੰਦਾ ਇੱਧਰ ਉੱਧਰ ਹੋ ਜਾਊਗਾ। ਉੱਥੇ ਤਾਂ ਇੱਧਰ ਉੱਧਰ ਹੋਣ ਜੋਗਾ ਵੀ ਨਹੀਂ ਹੁੰਦਾ, ਮੋਹਰੇ ਰਸਤਾ ਬੰਦ ਕਰ ਲਿਆ। ਇਹ ਬੜੀ ਵੱਡੀ ਗਲਤੀ ਹੋਈ ਜੀ ਪੰਜਾਬ ਸਰਕਾਰ ਤੋਂ, ਇਹ ਠੀਕ ਨਹੀਂ ਹੋਇਆ। ਤੁਹਾਨੂੰ ਲੱਗਦਾ ਹੈ ਕਿ ਇਹ ਸਹਿਬਨ ਕਾਰਨ ਇਦਾਂ ਦੇ ਬਣ ਗਏ ਕਿ ਜਾਂ ਇਹ ਸੋਚੀ ਸਮਝੀ ਸ਼ਾਸਨ ਅਧੀਨ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਵੱਖ-ਵੱਖ ਟੋਲ ਪਲਾਜ਼ਿਆਂ ਤੇ ਜਾਂ ਵੱਖ-ਵੱਖ ਸੜਕਾਂ ਤੇ ਵਰਕਰ ਵੀ ਰੋਕੇ ਗਏ ਨੇ ਤੇ ਪ੍ਰਧਾਨ ਮੰਤਰੀ ਵਾਲੀ ਘਟਨਾ ਵੀ ਹੋਈ? ਇਹ ਸਹਿਬਨ ਨਹੀਂ ਸੀ। ਇਹ ਪੁਲਿਸ ਅਫਸਰਾਂ ਨੇ ਤਾਂ ਜਿੱਦਣ ਡਿਊਟੀ ਆਉਂਦੀ ਹੈ ਛੋਟੇ ਲੈਵਲ ਤੱਕ ਪ੍ਰੈਕਟਿਸ ਕਰ ਲਈ ਹੁੰਦੀ ਹੈ, ਤੇ ਕਦੀ ਵੀ ਆਪਣੀ ਨੌਕਰੀ 'ਚ ਇਹ ਕੋਈ ਗਲਤ ਕੰਮ ਨਹੀਂ ਹੋਣ ਦਿੰਦੇ, ਕਿਉਂਕਿ ਨੌਕਰੀ ਦਾ ਮਸਲਾ ਨਾ ਜੀ। IPS ਬਣਨਾ ਕੋਈ ਸੌਖੀ ਗੱਲ ਥੋੜ੍ਹਾ, IAS ਬਣਨਾ ਕੋਈ ਸੌਖੀ ਗੱਲ ਥੋੜ੍ਹਾ, ਫਿਰ ਸੀਨੀਅਰ ਬਣ ਕੇ ਸੀਨੀਅਰ ਪੋਸਟ 'ਤੇ ਬੈਠਣਾ ਕੋਈ ਛੋਟੀ ਗੱਲ ਥੋੜ੍ਹੀ ਹੈ। ਜਿੰਨੀ ਦੇਰ ਪੰਜਾਬ ਦਾ ਮੁੱਖ ਮੰਤਰੀ ਨਾ ਚਾਹਵੇ ਉਨੀ ਦੇਰ ਇਹ ਰੁਕਾਵਟ ਨਹੀਂ ਸੀ ਪੈ ਸਕਦੀ। ਪ੍ਰੋਟੋਕਾਲ ਦੇ ਵਿੱਚ ਮੁੱਖ ਮੰਤਰੀ ਦਾ ਏਅਰਪੋਰਟ 'ਤੇ ਆਉਣਾ ਬਣਦਾ ਸੀ, ਮੋਦੀ ਸਾਹਿਬ ਦਾ ਧੰਨਵਾਦ ਕਰਨਾ ਬਣਦਾ ਸੀ, ਪਰ ਲੇਕਿਨ ਨਾ ਉਹ ਆ ਪਾਏ ਤੇ ਉਹਨਾਂ ਨੇ ਟ੍ਰੈਫਿਕ ਵਿੱਚ ਬੱਸਾਂ ਵੀ ਰੁਕਾ ਦਿੱਤੀਆਂ, ਕਾਰਾਂ ਵੀ ਰੁਕਾ ਦਿੱਤੀਆਂ। ਇਹ ਤਾਂ ਜਿਹੜੇ ਬੰਦੇ ਸ਼ਕਤੀਵਾਨ ਸਾਡੇ ਪਹਿਲਾਂ ਪਹੁੰਚ ਗਏ ਸੀ, ਪਹੁੰਚ ਗਏ, ਮੁੜ ਕੇ ਸਲੋ ਆ ਰਹੇ ਸੀ। ਕੋਈ ਕਿਸੇ ਪਿੰਡ 'ਚੋਂ, ਅਸੀਂ ਆਪ 4-5 ਪਿੰਡਾਂ 'ਚੋਂ ਘੁੰਮ ਕੇ ਕਾਰ ਲੰਘਾਈਏ, ਤੇ ਬੱਸ ਤਾਂ ਵੱਡੀ ਹੁੰਦੀ ਹੈ, ਹੁਣ ਦਿੱਕਤ ਤਾਂ ਆਉਂਦੀ ਹੈ ਨਾ ਜੀ। ਇਸ ਕਰਕੇ ਉੱਥੇ ਸੱਚ ਅੱਖਾਂ ਨਾਲ ਅਸੀਂ ਵੇਖਿਆ ਕਿ ਇਹ ਇੱਕ ਸਿਆਸਤ ਦਾ ਹਿੱਸਾ ਬਣਾ ਲਿਆ। ਪ੍ਰਧਾਨ ਮੰਤਰੀ ਦੇ ਟੂਰ ਨੂੰ, ਪ੍ਰਧਾਨ ਮੰਤਰੀ ਦੀ ਵਿਜ਼ਨ ਨੂੰ ਰਿਸਪੈਕਟ ਦੇਣ ਦੀ ਥਾਂ 'ਤੇ ਖਿਲਵਾੜ ਪੈਦਾ ਕਰ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਤੇ ਨਵਜੋਤ ਸਿੰਘ ਸਿੱਧੂ ਦਾ ਵੀ ਕੱਲ ਦਾ ਬਿਆਨ ਆ ਰਿਹਾ ਕਿ ਉੱਥੇ ਪ੍ਰਧਾਨ ਮੰਤਰੀ ਇਸ ਕਰਕੇ ਨਹੀਂ ਗਏ ਕਿ ਉਹਨਾਂ ਦਾ ਰਾਸਤਾ ਰੁਕਿਆ, ਰਾਸਤਾ ਤਾਂ ਅਸੀਂ ਹੋਰ ਦੇ ਰਹੇ ਸੀ। ਉਹਨਾਂ ਦੇ ਜਾਣ ਦਾ ਵਾਪਸ ਕਾਰਨ ਇਹ ਸੀ ਵੀ ਕੁਰਸੀਆਂ ਖਾਲੀ ਪਈਆਂ ਸੀਗੀਆਂ, ਕੁਰਸੀਆਂ ਖਾਲੀ ਦੇਖ ਕੇ ਉਹਨਾਂ ਨੂੰ ਫੋਨ ਗਿਆ ਤੇ ਇਸ ਕਰਕੇ ਉਹਨਾਂ ਨੇ ਉੱਥੋਂ ਵਾਪਸੀ ਮਾਰ ਲਈ, ਤੇ ਇਹਦੀ ਵਜ੍ਹਾ ਇਹ ਆ। ਬੜੀ ਵੱਡੀ ਗੱਲ ਕੀਤੀ ਤੁਸੀਂ। ਨਹੀਂ, ਜੇ ਇੰਨੇ ਸਿਆਣੇ ਨੇ, ਰੋਜ਼ ਟੀਵੀ ਤੇ ਦੋਨੋਂ ਜਣੇ ਆਉਂਦੇ ਨੇ, ਸਿੱਧੂ ਸਾਹਿਬ ਵੀ ਚੰਨੀ ਸਾਹਿਬ ਵੀ, ਸਗੋਂ ਜਾਣ ਦਿੰਦੇ। ਸ਼ਰਮ ਇੰਨੀ ਨਹੀਂ ਸਿਆਣਪ ਆਉਂਦੀ ਵੀ ਇਹਨਾਂ ਦਾ ਪੰਡਾਲ ਖਾਲੀ ਪਿਆ, ਜੇ ਪ੍ਰਧਾਨ ਮੰਤਰੀ ਜਾਣਗੇ ਤੇ ਦੇਖਣਗੇ। ਉਹ ਗਿਲਟੀ ਕੌਨਸ਼ੀਅਸ ਨੇ, ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਲਟੀਮੇਟਲੀ ਤਾਂ ਚੰਨੀ ਸਾਹਿਬ ਨੇ ਤਾਂ ਰਿਅਲਾਈਜ਼ ਵੀ ਕੀਤਾ ਕਿ ਮੇਰੇ ਕੋ, ਮੈਂ ਖੇਦ ਆ ਮੈਨੂੰ ਇਸ ਗੱਲ ਤੇ, ਪਰ ਲੇਕਿਨ ਯਾਰ ਕਲੀਅਰ ਗੱਲ ਕਰੋ, ਤੁਹਾਡੀ ਕੀ ਡਿਊਟੀ ਹੈ? ਜਾਂ ਤਾਂ ਤੁਸੀਂ ਪਬਲਿਕ ਭੇਜਣੀ ਹੋਵੇ, ਝੂਠ ਮਾਰ ਦੇਣਾ। ਇੰਨੇ ਬੰਦੇ ਨੇ, 50-60 ਹਜ਼ਾਰ ਬੰਦਾ ਤਾਂ ਮੈਂ ਆਇਆ ਅੰਦਰ ਵੇਖਿਆ, ਤੇ ਇਹ ਕਿੱਥੋਂ ਝੂਠ ਮਾਰ ਦੇਣਗੇ? ਜਿਹੜਾ ਬੰਦਾ ਡਿਊਟੀ ਤੇ ਪਹਿਲੇ ਦਿਨ ਚਲਾ ਗਿਆ ਹੈ, ਪੰਡਾਲ ਦੇ ਵਿੱਚ ਆ, ਕੋਈ ਇਹ ਨਹੀਂ ਮੈਂ ਉੱਪਰ ਚੜ੍ਹ ਕੇ ਸਟੇਜ ਤੇ ਦੇਖ ਰਿਹਾ ਸੀ, ਪਰ ਲੇਕਿਨ ਇਹ ਗਲਤ ਬਿਆਨਬਾਜ਼ੀ। ਜਦੋਂ ਕੈਪਟਨ ਨੇ ਸੰਬੋਧਨ ਕੀਤਾ ਉਸ ਵੇਲੇ ਤਾਂ ਪੰਡਾਲ ਵਾਕਿਆ ਖਾਲੀ ਸੀ। ਨਾ ਜੀ ਨਾ, ਲੋਕੀ ਆ ਰਹੇ ਸੀ। ਦੂਜੀ ਗੱਲ, ਇਹ 1 ਘੰਟਾ ਪਹਿਲਾਂ ਇਹਨਾਂ ਪੁਲਿਸ ਦੇ ਨਾਕਿਆਂ ਦੇ ਖਬਰ ਪਹੁੰਚ ਗਈ, ਸਾਡੇ ਕੋਲ ਨਹੀਂ ਆਈ ਕਿ ਰੈਲੀ ਕੈਂਸਲ ਹੋ ਗਈ ਜੀ, ਤੁਸੀਂ ਵਾਪਸ ਮੁੜ ਜਾਓ। ਜਿਹੜੇ ਪੁਲਿਸ ਵਾਲੇ ਨਾਕਿਆਂ ਦੇ ਖੜੇ ਸੀ ਉਹ ਕਹਿੰਦੇ ਸੀ, ਲੋਕ ਸਾਨੂੰ ਫੋਨ ਕਰਨ ਦੇ ਸੀ, ਮੇਰੇ ਮੋਬਾਈਲ ਤੋਂ ਕਾਲਾਂ ਕਢਾ ਲਓ, ਮੇਰੇ ਕੋਲ ਟੇਪ ਵੀ ਕੀਤੀਆਂ ਹੋਈਆਂ ਹੈਗੀਆਂ ਕਿਉਂਕਿ ਮੈਂ ਰਿਕਾਰਡ ਕਰਦਾ। ਉਹਦੇ ਵਿੱਚ ਮੈਨੂੰ ਘੱਟੋ ਘੱਟ 10 ਬੱਸਾਂ ਵਾਲਿਆਂ ਨੇ ਫੋਨ ਕੀਤਾ, ਮੇਰੇ ਲੀਡਰਾਂ ਨੇ, ਕਿ ਭਾਜੀ ਅਸੀਂ ਮੁੜ ਜਾਈਏ, ਕਹਿੰਦੇ ਰੈਲੀ ਕੈਂਸਲ ਹੋ ਗਈ ਹੈ। ਮੈਂ ਕਿੰਨੀ ਦੂਰੋਂ? ਕਹਿੰਦੇ 8 ਕਿਲੋਮੀਟਰ, ਕਿਸੇ ਨੇ ਕਿਹਾ 9 ਕਿਲੋਮੀਟਰ, ਕਿਸੇ ਨੇ ਕਿਹਾ 3 ਕਿਲੋਮੀਟਰ। ਸਾਨੂੰ ਰੋਕ ਲਿਆ। ਫਿਰ ਬੀਬੀਆਂ ਦਾ ਫੋਨ ਆਇਆ ਕਿ ਸਾਡੀਆਂ ਬੱਸਾਂ ਦੇ ਪੋਸਟਰ ਪਾੜ ਦਿੱਤੇ ਨੇ, ਸਾਨੂੰ ਥੱਲੇ ਲਾਇਆ, ਤੇ ਹੁਣ ਅਸੀਂ ਆਈਏ ਕਿ ਨਾ ਆਈਏ? ਮੈਂ ਕਹਿੰਦਾ ਨਹੀਂ, ਤੁਸੀਂ ਜ਼ਰੂਰ ਆਓ। ਰੈਲੀ ਖਤਮ ਹੋ ਜਾਏ ਤਾਂ ਵੀ ਇੱਥੇ ਹੱਥ ਲਾ ਕੇ ਜਾਓ, ਤਾਂ ਵੀ ਹੋ ਕੇ ਜਾਓ। ਰੈਲੀ ਚੱਲ ਰਹੀ ਹੈ, ਅਜੇ ਅਮਰਿੰਦਰ ਸਿੰਘ ਨੇ ਬੋਲਣਾ ਸੀ, ਉਸ ਤੋਂ ਪਹਿਲੇ ਦੀ ਗੱਲ ਹੈ। ਸਾਹਿਬ, ਆਪਾਂ ਖੁਦ ਪੰਜਾਬੀ ਹਾਂ, ਤੁਸੀਂ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਸੇਵਾ ਕਰ ਰਹੇ ਹੋ। ਜਿਸ ਤਰ੍ਹਾਂ ਦਾ ਇੱਕ ਮੀਡੀਆ ਦੇ ਹਿੱਸੇ ਵੱਲੋਂ ਇਸ ਵਕਤ ਪ੍ਰਧਾਨ ਮੰਤਰੀ ਦੀ ਇਸ ਘਟਨਾ ਨੂੰ ਲੈ ਕੇ ਪੰਜਾਬ ਨੂੰ, ਪੰਜਾਬੀਅਤ ਨੂੰ
ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਪੰਜਾਬ ਦੇ ਵਿੱਚ ਇਦਾਂ ਦੇ ਹਾਲਾਤ ਬਾਕੀ ਦੇਸ਼ ਦੇ ਹਿੱਸੇ ਵਿੱਚ ਦਰਸਾਏ ਜਾ ਰਹੇ ਵੀ ਉੱਥੇ ਹਾਲਾਤ ਬੜੇ ਨਾਜ਼ੁਕ ਆ, ਉਹਦੇ ਨਾਲ ਜਿਹੜੀ ਪੰਜਾਬ ਜਿਹੜਾ ਇਸ ਵੇਲੇ ਬਦਨਾਮ ਹੋ ਰਿਹਾ ਉਹਦੇ ਬਾਰੇ ਕੀ ਸੋਚਦੇ ਹੋ? ਇਹ ਚੀਜ਼ ਸਾਬਤ ਕਰਦੀ ਹੈ ਹਾਲਾਤ ਨਾਜ਼ੁਕ ਨੇ। ਕੋਈ ਵੀ ਕਿਸੇ ਨੂੰ ਟ੍ਰੈਫਿਕ 'ਚ ਕਿਤੇ ਵੀ ਰੋਕ ਲਵੇ, ਕਿਤੇ ਪੁਲਿਸ ਨਾਕਾ ਲਾ ਦੇਵੇ, ਨੈਸ਼ਨਲ ਹਾਈਵੇ ਤੇ ਕਦੀ ਰੋਕ ਹੀ ਨਹੀਂ ਸਕਦਾ। ਇਹ ਉਹਨਾਂ ਦੇ ਵਿਜ਼ਨ ਨੂੰ ਖਲਾਅ ਪੈਦਾ ਕਰਨ ਵਾਸਤੇ ਕੀਤਾ ਗਿਆ, ਪਰ ਇਹਨਾਂ ਨੇ ਕਾਨੂੰਨ ਨਹੀਂ ਵੇਖੇ। ਹੋ ਸਕਦਾ ਕੋਈ ਚਿੱਠੀ ਇਹਨਾਂ ਨੇ ਪਾ ਲਈ ਹੋਵੇ, ਕੋਈ ਮੰਗਾ ਲਈ ਹੋਵੇ, ਹੋ ਸਕਦਾ ਡਾਕ 'ਚ ਸ਼ੋਅ ਕਰਤੀ ਹੋਵੇ, ਪਰ ਲੇਕਿਨ ਬਲੂ ਬੁੱਕ ਪੱਕੀ ਲਿਖੀ ਹੋਈ ਹੈ। ਮੁੱਖ ਮੰਤਰੀ ਪਹੁੰਚ ਗਿਆ ਤੇ ਮੁੱਖ ਮੰਤਰੀ ਨੂੰ ਨਹੀਂ ਇਹ ਰੋਕ ਸਕਦੇ, ਤੇ ਇਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਤੇ ਤੁਸੀਂ ਦੇਖੋ, ਜੇ ਕਿਸੇ ਤਰ੍ਹਾਂ ਨਾਲ ਹੈਲੀਕਾਪਟਰ ਨਹੀਂ ਉੱਡਿਆ ਤੇ 2 ਸੜਕਾਂ ਹਰ ਵੇਲੇ ਖਾਲੀ ਰੱਖਣੀਆਂ ਜ਼ਰੂਰੀ ਨੇ। ਜੇ ਇਦਾਂ ਦੀ ਐਜੀਟੇਸ਼ਨ ਹੋ ਵੀ ਜਾਏ, ਮੰਨ ਲਓ ਅਵਲ ਤਾਂ ਉਹਨੂੰ ਖਾਲੀ ਰੱਖਣਾ ਇਹਨਾਂ ਨੇ, 20 ਵਾਰ ਗੱਡੀਆਂ ਕੱਢਦੇ ਨੇ ਵੀ ਇੱਧਰੋਂ ਬੰਦਾ ਆ ਸਕਦਾ, ਇੱਧਰੋਂ ਬੰਦਾ ਆ ਸਕਦਾ, ਫਿਰ ਆਪਣੀ ਪੁਲਿਸ ਨੂੰ ਵੀ ਹਥਿਆਰ ਨਹੀਂ ਫੜਾਉਂਦੇ, ਸਿਰਫ ਰਾਖੀ ਕਰਾਉਂਦੇ ਆ। ਤੇ ਵਾਇਰਲੈਸ ਸੈੱਟ ਹਰ ਵੇਲੇ ਰੈਡੀ ਹੁੰਦੇ ਨੇ। ਅੱਜ ਕੱਲ੍ਹ ਤਾਂ ਮੋਬਾਈਲ ਹੀ ਵਾਇਰਲੈਸ ਹੈ। 20 ਮਿੰਟ ਮੁੱਖ ਮੰਤਰੀ ਖੜਾ ਰਿਹਾ ਹੋਵੇ, ਮੇਰੇ ਮੂੰਹ ਮੁੱਖ ਮੰਤਰੀ ਨਿਕਲੀ ਜਾਂਦਾ, ਪ੍ਰਧਾਨ ਮੰਤਰੀ ਖੜਾ ਰਿਹਾ ਹੋਵੇ, ਤੇ ਤੁਸੀਂ ਯਾਰ ਇਦਾਂ ਦਾ ਕੰਮ ਕਰੋ। ਅਮਰੀਕਾ ਹੀ ਦੇਖ ਲਓ, ਰੈੱਡ ਕਾਰਪੇਟ ਵਿਛਾਉਂਦਾ, ਕਿਸ ਤਰੀਕੇ ਦੇ ਨਾਲ ਵੈਲਕਮ ਕਰਦਾ, ਸਾਰੇ ਕੰਟਰੀ ਕਰਦੇ ਨੇ। ਉਹ ਵੀ ਇੱਕ ਪ੍ਰੋਟੋਕਾਲ ਆ, ਪਰ ਲੇਕਿਨ ਇਹਨਾਂ ਨੇ ਪ੍ਰੋਟੋਕਾਲ ਨਹੀਂ ਫਾਲੋ ਕੀਤਾ। ਕਿਸੇ ਅਫਸਰ ਦੀ ਜ਼ਰੂਰਤ ਨਹੀਂ ਕਿ ਉਹ ਆਪਣੇ ਲੈਵਲ ਤੇ ਇਹ ਸਿਕਿਉਰਿਟੀ ਨੂੰ ਲੂਜ਼ ਹੋਣ ਦੇਵੇ। ਇਹ ਤਾਕਤ ਚੀਫ ਮਿਨਿਸਟਰ ਦੀ। ਉੱਥੇ ਅਫਸਰ ਕੋਈ ਆ ਗਿਆ ਏਅਰਪੋਰਟ ਤੇ, ਜਿਹਦੀ ਡਿਊਟੀ ਸੀ, ਜਦੋਂ ਉੱਥੇ ਉਹਨਾਂ ਲਾਗੇ ਕੋਈ ਅਫਸਰ ਨਹੀਂ ਆਇਆ, ਉਹਨਾਂ ਨੇ ਏਅਰਪੋਰਟ ਤੇ ਅਫਸਰਾਂ ਨੇ ਉਹਨਾਂ ਨੂੰ ਦੁਬਾਰਾ ਰਿਸੀਵ ਕੀਤਾ ਵਾਪਸ ਭੇਜਣ ਲਈ, ਤੇ ਉਹਨਾਂ ਨੇ ਵੇਖਿਆ ਵੀ ਡਿਊਟੀ ਠੀਕ ਕਰ ਰਿਹਾ। ਉਹਨਾਂ ਨੇ ਕਿਹਾ ਆਪਣੇ ਮੁੱਖ ਮੰਤਰੀ ਨੂੰ ਮੈਸੇਜ ਕਰ ਦਿਓ ਕਿ ਮੈਂ ਇੱਥੋਂ ਬਚ ਕੇ ਜਾ ਰਿਹਾ। ਇਹ ਮਨ ਦਾ ਦੁੱਖ ਫੀਲ ਕੀਤਾ ਉਹਨਾਂ ਨੇ। ਵਾਜਬ ਨਹੀਂ, ਇਹ ਬੜਾ ਜ਼ਰੂਰੀ ਸੀ। ਨਹੀਂ ਤੇ ਲੋਕਾਂ ਕਹਿਣਾ ਸੀ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਜੀ ਨੇ ਉੱਥੇ ਕਿਉਂ ਨਹੀਂ ਕਿਹਾ। ਪ੍ਰਧਾਨ ਮੰਤਰੀ ਸਾਹਿਬ ਨੇ, ਮੈਂ ਕਹਿੰਦਾ ਕਿ ਚੰਗਾ ਕੀਤਾ ਹੈ। ਤੇ ਜੇ ਪ੍ਰਧਾਨ ਮੰਤਰੀ ਚੁੱਪ ਕਰਕੇ ਦਿੱਲੀ ਵਾਪਸ ਚਲੇ ਜਾਂਦੇ ਤੇ ਲੋਕਾਂ ਨੇ ਕਹਿਣਾ ਸੀ ਵਾਕਈ ਇਹਨਾਂ ਦੇ ਬੰਦੇ ਘੱਟ ਸੀ। ਮੈਂ ਕਹਿੰਦਾ ਜੀ, ਸਾਡਾ ਬੰਦਾ ਹੋਵੇ 7,000, ਸਾਡਾ ਬੰਦਾ ਹੋਵੇ 60,000 ਅੰਦਰ, ਸਾਡਾ 1.5 ਲੱਖ ਜਦ ਰਸਤੇ 'ਚ ਰੋਕ ਲਿਆ, ਬੱਸਾਂ ਰੋਕ ਲਈਆਂ, ਕੀ ਹੋ ਸਕਦਾ? ਲੜ ਸਕਦਾ ਕੋਈ ਬੰਦਾ ਵਰਕਰ ਕਿਸੇ ਨਾਲ? ਸਾਹਿਬ ਵਿਰੋਧੀ ਤਾਂ ਕਹਿ ਰਿਹਾ ਵੀ ਇਹ ਰਾਜਨੀਤਿਕ ਬਿਆਨ ਹੈ, ਰਾਜਨੀਤਿਕ ਸਾਧੀ ਗਈ ਇਹਦੇ ਵਿੱਚ, ਇਹਦੀ ਵੀ ਆਪਣੀ ਜਿਹੜੀ ਕਮੀ ਨੂੰ ਉਹਨੂੰ ਲੁਕਾਉਣ ਲਈ ਇਹਨਾਂ ਨੇ ਮੀਡੀਆ ਦੇ ਵਿੱਚ ਹੁਣ ਇਹ ਗੱਲ ਚਲਾ ਦਿੱਤੀ। ਪ੍ਰਧਾਨ ਮੰਤਰੀ ਕਦੀ ਰਾਜਨੀਤਿਕ ਨਹੀਂ ਕਰਦਾ। ਪ੍ਰਧਾਨ ਮੰਤਰੀ ਸਾਰਿਆਂ ਦਾ ਸਾਂਝਾ ਹੁੰਦਾ। ਇੱਕ ਪਾਸੇ ਤੇ ਕਹਿੰਦੇ ਨੇ ਪ੍ਰਧਾਨ ਮੰਤਰੀ ਸਾਰਿਆਂ ਦਾ ਸਾਂਝਾ ਹੁੰਦਾ ਤੇ ਪ੍ਰਧਾਨ ਮੰਤਰੀ ਸੁਪਰੀਮ ਹੈ, ਦੂਜੇ ਪਾਸੇ ਰਸਤਾ ਆਪੇ ਬੰਦ ਕਰਾਉਣ ਦੇ ਨੇ। ਇਹ ਭਾਈ ਸਾਹਿਬ, ਅੱਜ ਤੁਸੀਂ ਮੇਰੇ ਘਰ ਆਉਣਾ ਨਾ, ਮੇਰਾ ਘਰ ਭਾਵੇਂ ਗਲੀ 'ਚ ਹੋਵੇ, ਮੈਂ ਤੁਹਾਨੂੰ ਉਹ ਉੱਥੇ ਲੈਣ ਖਲੋਣਾ। ਮੇਰੇ ਘਰ ਆਉਣਾ, ਮੈਂ ਗੇਟ ਤੇ ਬੰਦਾ ਖਿਲਾਰਨਾ ਹੈ, ਮੈਂ ਆਪ ਖਲੋਣਾ। ਸਾਡੇ ਤਾਂ ਪੰਜਾਬੀ ਤੇਲ ਚਾਹੁੰਦੇ ਨੇ ਵੀ ਆਓ ਮਹਾਰਾਜ, ਸ਼ੁਕਰ ਹੈ ਤੁਸੀਂ ਆਏ। ਤੇ ਉਹ ਤਾਂ ਕੁਝ ਲੈ ਕੇ ਆ ਰਹੇ ਸੀ। ਅੱਛਾ, ਮੈਨੂੰ ਇਹ ਵੀ ਸ਼ੱਕ ਆ, PGI ਸੈਟਲਾਈਟ ਦੇ ਬਹੁਤ ਵੱਡੇ ਪ੍ਰੋਜੈਕਟ ਸੀ, ਹੋਰ ਪ੍ਰੋਜੈਕਟ ਬਹੁਤ ਵੱਡੇ ਨਾਲ ਸੀ। ਅਸੀਂ ਬੜੀ ਮੰਗ ਕੀਤੀ ਸੀ ਕਿ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਮੰਗ ਵੀ ਪੂਰੀ ਕਰਦੇ। ਹੋ ਸਕਦਾ ਮੋਦੀ ਸਾਹਿਬ ਉਦੋਂ ਉਹ ਵੀ ਅਨਾਉਂਸ ਕਰਕੇ ਜਾਂਦੇ। ਇਹ ਕਾਲੇ ਵਾਗੇ, ਇਹਨਾਂ ਚੰਗਾ ਨਹੀਂ ਕੀਤਾ। ਤੁਸੀਂ ਵੇਖਿਓ, ਇਨਕੁਆਇਰੀ ਖੁੱਲ੍ਹ ਗਈ ਹੈ, ਤੁਹਾਡੇ ਸਾਹਮਣੇ ਰਿਜ਼ਲਟ ਆਣੇ ਨੇ। ਇਹ ਲੁਕਣੇ ਨਹੀਂ ਹੈਗੇ ਬਿਲਕੁਲ। ਇਹ ਜੇ ਲੁਕਾਉਣਗੇ ਤੇ ਦੇਸ਼ ਲੈਵਲ ਤੇ ਤਾਂ ਨੁਕਸਾਨ ਹੋਏਗਾ, ਵਰਲਡ ਲੈਵਲ ਤੇ ਨੁਕਸਾਨ ਹੋਏਗਾ। ਇਹ ਐਕਸ਼ਨ ਹੋਣੇ ਚਾਹੀਦੇ ਨੇ, ਕਰਨੇ ਚਾਹੀਦੇ ਨੇ। ਤੁਸੀਂ ਦੇਖੋ ਨਾ ਕਿੰਨਾ ਸੰਤਾਪ ਆਪਾਂ ਭੋਗਿਆ। ਸ਼੍ਰੀਮਤੀ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਉਹਨਾਂ ਦੀ ਕੋਠੀ 'ਚ ਗੋਲੀਆਂ ਵੱਜ ਗਈਆਂ, ਮਾਰਤਾ। ਰਾਜੀਵ ਗਾਂਧੀ ਮਾਰਤਾ। ਸਰਦਾਰ ਬਿਆਨ ਸਿੰਘ ਜੀ ਵੇਖੋ, ਲੋਕਾਂ ਨੂੰ ਨੇੜੇ ਹੋ ਕੇ ਮਿਲਦੇ ਸੀ। ਸੈਕਟਰੀਏਟ 'ਚ ਉਹਨਾਂ ਦੀ ਕਾਰ ਉਡਾ ਕੇ ਬੰਬ ਬਣਾ ਕੇ ਮਾਰਤਾ। ਯਾਰ ਜੇ ਇਹੋ ਜਿਹਾ ਹਾਦਸਾ ਹੋ ਜਾਂਦਾ, ਅਸੀਂ ਪੰਜਾਬੀਆਂ ਨੇ ਕਿੱਥੇ ਜਾਣਾ? ਅਸੀਂ ਪੰਜਾਬੀਆਂ ਨੇ ਸਾਰੀ ਦੁਨੀਆ ਨੂੰ ਮਿਲਣਾ ਹੈ। ਸਾਡੇ ਪੰਜਾਬੀ ਤਾਂ ਹਰ ਦੇਸ਼ 'ਚ ਵਸਦੇ ਨੇ।
ਸਾਡੀ ਜਿੰਦ ਜਾਨ ਨੇ, ਇਹਦੇ 'ਚ ਕੋਈ ਲਿਹਾਜ਼ ਨਹੀਂ ਜੀ, ਇਹ ਕੋਈ ਪੋਲੀਟੀਕਲ ਗੱਲ ਨਹੀਂ। ਮੈਨੂੰ ਕੋਈ ਪੋਲੀਟੀਕਲ ਇੱਕ ਤਰੀਕੇ ਨਾਲ ਕਵੇ, ਮੈਂ ਤੁਹਾਨੂੰ ਜਵਾਬ ਹੀ ਨਹੀਂ ਦੇਵਾਂ। ਮੇਰੇ ਵਾਸਤੇ ਪ੍ਰਾਈਮ ਮਿਨਿਸਟਰ ਮੇਰਾ ਬੜੀ ਵੱਡੀ ਚੀਜ਼ ਹੈ। ਪਰ ਮੱਕੜ ਸਾਹਿਬ ਉਹ ਵੀ ਇਹ ਵੀ ਗੱਲ ਪ੍ਰਚਾਰ ਰਹੇ ਨੇ ਕਿ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸਨ, ਨਰਿੰਦਰ ਮੋਦੀ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਸਨ, ਉੱਥੇ ਇਹਨਾਂ ਦੀ ਹਾਜ਼ਰੀ ਵਿੱਚ ਉੱਥੇ ਪ੍ਰੈਸ ਦੇ ਕਾਨਫਰੰਸ ਦੇ ਵਿੱਚ ਜੁੱਤਾ ਸੱਟਿਆ ਗਿਆ ਉਹਨਾਂ ਵੱਲ, ਤੇ ਉਸ ਵੇਲੇ ਤਾਂ ਕੋਈ ਇਦਾਂ ਦੀ ਗੱਲ ਛਾਲੀ ਨਹੀਂ ਗਈ। ਭਾਈ ਸਾਹਿਬ ਜੁੱਤਾ, ਹੁਣ ਤੁਸੀਂ ਮੇਰੇ ਕੋਲ ਪ੍ਰੈਸ ਤੇ ਆਏ ਹੋ, ਤੁਹਾਡੇ ਨਾਲ ਬਾਕੀ ਪ੍ਰੈਸ ਬੈਠੀ ਹੈ, ਕੋਈ ਬੰਦਾ ਜੁੱਤਾ ਲਾ ਕੇ ਸੁੱਟਦੇ ਸੁਭਾਵਕ ਮੰਨਿਆ ਜਾ ਸਕਦਾ ਹੈ। ਇਹ ਉਸ ਦਿਨ ਤੋਂ ਬਾਅਦ ਉੱਤੇ ਪ੍ਰੈਸ ਵਾਲਿਆਂ ਦੇ ਬੰਦੇ ਖਿਲਾਰੇ ਜਾਂਦੇ ਆ, ਅੱਗੇ ਪ੍ਰੈਸ ਤੇ ਕੋਈ ਸ਼ੱਕ ਨਹੀਂ ਸੀ ਕਰਦਾ। ਇੱਦਾਂ ਤਾਂ ਆਮ ਪਾਰਟੀ ਨੇ ਪਿਛਲੀ ਵਾਰੀ ਇਲੈਕਸ਼ਨ 'ਚ ਜੁੱਤਾ ਸੁੱਟਤਾ ਸੀ, ਪਤਾ ਨਹੀਂ ਕਿਹੜੇ ਲੀਡਰ ਤੇ। ਇਹੋ ਜਿਹੇ ਲੋਕ ਹੁੰਦੇ ਨੇ, ਪਰ ਉਹ ਕਿਵੇਂ, ਇਹਦੇ ਨਾਲ ਕਿਵੇਂ ਆਪਾਂ ਮਿਲ ਸਕਦੇ ਹਾਂ? ਬਾਰਡਰ ਦੇ ਉੱਤੇ ਇਹ ਰੈਲੀ ਹੋਵੇ, ਬਾਰਡਰ ਦੇ ਪ੍ਰੋਜੈਕਟ ਹੋਣ, ਬਾਰਡਰ ਦੇ ਲਾਗੇ ਜਿਹੜਾ ਬ੍ਰਿਜ ਆ ਜਿੱਥੋਂ ਮੋਦੀ ਸਾਹਿਬ ਲੰਘ ਰਹੇ ਨੇ ਬਾਈ ਕਾਰ 100 ਕਿਲੋਮੀਟਰ ਦਾ ਸਫ਼ਰ ਕਰਕੇ, ਜੇ ਮੋਦੀ ਸਾਹਿਬ ਨੇ ਮੁੜਨਾ ਸੀ ਉੱਥੋਂ ਕਹਿੰਦੇ। ਇਹ ਸਭ ਝੂਠ ਬਣਾਇਆ ਜਾ ਰਿਹਾ ਹੈ ਭਾਈ ਸਾਹਿਬ, ਇਹ ਨਹੀਂ ਗੱਲ ਹੈਗੀ। ਜੁੱਤਾ ਹੋਰ ਚੀਜ਼ ਏ, ਇਹ ਹੋਰ ਚੀਜ਼ ਏ। ਅੱਜ ਕੋਈ ਏਜੰਸੀ, ਕੋਈ ਬੰਦਾ ਪਲਾਨ ਕਰ ਦਿੰਦਾ ਵੀ ਉਹ ਖੜਾ ਪ੍ਰਧਾਨ ਮੰਤਰੀ, ਦਿਖਾਈਏ ਨਾ ਪ੍ਰਧਾਨ ਮੰਤਰੀ ਦੀ ਕਾਰ, ਚੰਦ ਬੰਦੇ ਬੈਠੇ ਨੇ, ਪੁਲ ਦੇ ਨੀਚੇ ਤਾਂ ਹੈ ਨਹੀਂ। ਪੁਲ ਦੇ ਨੀਚੇ ਮਾਈਨ ਪਹਿਲਾਂ ਵਿਛਾਈ ਹੋਵੇ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਆਂਚ ਆ ਜਾਵੇ ਤੇ ਆਪਾਂ ਵਰਲਡ 'ਚ ਗਏ। ਆਪਣੇ ਨੂੰ ਨਿਊਸੈਂਸ ਪੈਦਾ ਹੋ ਗਈ, ਸਾਡਾ ਬਿਜ਼ਨਸ ਖਤਮ ਹੋ ਗਿਆ, ਸਾਡਾ ਕੰਮ ਖਤਮ ਹੋ ਗਿਆ, ਸਾਡੀ ਇੰਡਸਟਰੀ ਖਤਮ ਹੋ ਗਈ, ਸਾਡਾ ਬਾਹਰ ਜਾਣਾ ਆਣਾ ਔਖਾ ਹੋ ਗਿਆ। ਸ਼੍ਰੀਮਤੀ ਇੰਦਰਾ ਗਾਂਧੀ ਤੋਂ ਬਾਅਦ ਕਿੰਨੇ ਵੇਖੋ ਲੋਕ ਮਰੇ ਨੇ, ਕਿੰਨੇ ਸ਼ਹੀਦ ਹੋਏ ਨੇ, ਕਿੰਨੇ ਮਾਰ ਦਿੱਤੇ ਗਏ ਰਸਤਿਆਂ ਜਾਂਦੇ, ਕਿੰਨੀਆਂ ਏਜੰਸੀਆਂ ਨੇ ਉਹਦਾ ਫਾਇਦਾ ਉਠਾਇਆ, ਗਵਰਨਰੀ ਰਾਜ ਲੱਗੇ ਨਾ, ਕੋਈ ਕੰਪਰੋਮਾਈਜ਼ ਨਾ। ਭਾਜਪਾ ਦੇ ਲੀਡਰ ਜਿਹੜੇ ਬਿਆਨ ਦੇ ਰਹੇ ਵੀ ਕਿਤੇ ਇੰਦਰਾ ਗਾਂਧੀ ਵਾਲਾ ਸਮਾਂ ਨਾ ਸਮਝਿਓ, ਨਰਿੰਦਰ ਮੋਦੀ ਬੜੀ ਸਟਰੋਂਗ ਤਾਕਤ ਆ, ਵੀ ਆਉਣ ਵਾਲੇ ਸਮੇਂ ਤੁਹਾਨੂੰ ਸਬਕ ਸਿਖਾਇਆ ਜਾਵੇਗਾ। ਇਹ ਨਹੀਂ ਮੈਂ ਸੁਣਿਆ, ਤੁਸੀਂ ਆਪਣੇ ਕੋਲੋਂ ਕਹਿ ਰਹੇ ਹੋ। ਕਿਸੇ ਨੇ ਨਹੀਂ ਕਿਹਾ ਸਬਕ ਸਿਖਾਇਆ ਜਾਏਗਾ। ਜਿਸੇ ਸਬਕ ਸਿਖਾਉਣਾ ਹੁੰਦਾ ਤੇ ਮੋਦੀ ਸਾਹਿਬ ਸਿੱਧਾ ਐਕਸ਼ਨ ਕਰਵਾ ਸਕਦੇ ਸੀ, ਜੋ ਮਰਜ਼ੀ ਆਰਡਰ ਕਰ ਸਕਦੇ ਸੀ। ਉਹਨਾਂ ਨੇ ਜੋ ਪ੍ਰੋਟੋਕਾਲ ਬਣਦਾ ਰਾਸ਼ਟਰਪਤੀ ਤੱਕ ਗੱਲ ਪਹੁੰਚਾਈ ਹੈ। ਇੱਧਰੋਂ ਲੋਕ ਸੁਪਰੀਮ ਕੋਰਟ 'ਚ ਚਲੇ ਗਏ ਨੇ। ਨਹੀਂ, ਕੋਈ ਕੁਝ ਕਹਿ ਦੇਵੇ ਯਾਰ। ਹੁਣ ਵੇਖੋ ਪ੍ਰੈਸ ਦਾ ਬੜਾ ਇਲੈਕਟ੍ਰੋਨਿਕ ਮੀਡੀਆ। ਹੁਣ ਇੱਕ ਮੀਡੀਆ ਨੇ ਮੇਰੀ ਇੱਕ ਲਾਈਨ ਆਪਣੇ ਕੋਲੋਂ ਪਾਤੀ, ਮੁੜ ਕੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਇਹ ਕਿਉਂ ਕੀਤਾ ਬਈ, ਮੇਰੀ ਕੱਟ ਸਟੇਟਮੈਂਟ। ਇਹ ਭਾਈ ਸਾਹਿਬ ਚੈਨਲ, ਪੋਰਟਲ, ਇਹ ਵੀ ਪਾਰਟੀਆਂ ਨਾਲ ਜੁੜੇ ਹੋਏ ਨੇ। ਕੋਈ ਕਹਿ ਸਕਦਾ ਉਹਨਾਂ ਦੀ ਫੇਵਰ ਕਰ ਸਕਦਾ, ਪਰ ਨੈਸ਼ਨਲ ਟੀਵੀ ਸਾਰਾ ਮੋਦੀ ਸਾਹਿਬ ਦੇ ਹੱਕ 'ਚ। ਮੱਕੜ ਸਾਹਿਬ, ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਗੱਲ ਪੈਕੇਜ ਦੀ ਕੀਤੀ, ਪੰਜਾਬ ਨੂੰ ਕੁਝ ਦਿੱਤਾ ਸੀ, ਕੀ ਤੁਹਾਨੂੰ ਕੋਈ ਹੈ ਅਹਿਸਾਸ ਵੀ ਪੰਜਾਬ ਨੂੰ ਜੇ ਪ੍ਰਧਾਨ ਮੰਤਰੀ ਉੱਥੇ ਸੰਬੋਧਨ ਕਰਦੇ ਤਾਂ ਕਿਹੜੇ ਕਿਹੜੇ ਪੈਕੇਜ ਦੇ ਸਕਦੇ ਸੀ? ਵੇਖੋ ਜੀ, PGI ਦਾ ਜਿਹੜਾ ਪੈਕੇਜ ਹੈ ਸਾਰਾ ਵੱਡਾ ਸੀ, ਸੈਟਲਾਈਟ ਦਾ, ਲੋਕਾਂ ਨੂੰ ਬੜੀ ਲੋੜ ਆ, ਕਾਫੀ ਵੱਡੀ ਅਮਾਉਂਟ ਦੇ ਸਾਰੇ ਪ੍ਰੋਜੈਕਟ ਉਧਰ ਦੇ ਸੀ ਜਾਂ ਪੰਜਾਬ ਦੇ ਸੀ। ਅਮਾਉਂਟ ਸਾਰੀ ਦੱਸੀ ਉਹਨਾਂ ਨੇ, ਕਿਹੜੀ ਅਮਾਉਂਟ ਦੇ ਪੈਸੇ ਦੇਣੇ ਸੀ। ਸਾਡਾ ਕਿਸਾਨਾਂ ਦੀ ਤਾਂ ਇੱਕੋ ਗੱਲ ਰਹਿੰਦੀ ਸੀ ਬਈ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦਾ ਕੁਛ ਕਰੋ। ਸ਼ਾਇਦ ਕਰਜ਼ਾ ਮਾਫੀ 'ਚ ਵੀ ਕੋਈ ਗੱਲ ਕਰਦੇ, ਕਿਉਂਕਿ ਪ੍ਰਧਾਨ ਮੰਤਰੀ ਹੈ, ਜੋ ਮਰਜ਼ੀ ਕਰ ਸਕਦੇ ਨੇ, ਪਰ ਉਹਨਾਂ ਦੀ ਪੋਰਟਲ ਬੰਦ ਸੀ, ਉਹਨਾਂ ਦੀ ਗੱਲ ਬੰਦ ਸੀ, ਉਹਨਾਂ ਨੇ ਕਿਸੇ ਨੂੰ ਅਨਾਉਂਸ ਨਹੀਂ ਸੀ ਕੀਤੀ। ਜਿਸ ਦਿਨ ਉਹਨਾਂ ਨੇ ਕਿਸਾਨੀ ਦਾ ਫੈਸਲਾ ਲਿਆ ਉਹ ਦਿਨ ਕਿਸੇ ਨੂੰ ਨਹੀਂ ਸੀ ਪਤਾ। ਅਸੀਂ ਤਾਂ ਗੁਰੂ ਮਹਾਰਾਜ ਦੇ ਗੁਰਪੁਰਬ ਦੇ ਵਿੱਚ ਗੁਰਦੁਆਰੇ ਸੀਗੇ, ਸਾਨੂੰ ਤਾਂ ਉੱਥੇ ਪਤਾ ਲੱਗਾ ਕਿ ਮੋਦੀ ਸਾਹਿਬ ਨੇ ਕਾਨੂੰਨ ਵਾਪਸ ਲੈ ਲਏ, ਕਿਸੇ ਨੂੰ ਵਿੱਚ ਨਹੀਂ ਪਾਇਆ। ਕੋਈ ਗੱਲ, ਉਹਦਾ ਹੱਕ ਹੈ, ਨੌਲੇਜ ਹੈ ਮੋਦੀ ਸਾਹਿਬ ਦੀ, ਪ੍ਰਧਾਨ ਮੰਤਰੀ ਹੈ, ਜੋ ਮਰਜ਼ੀ ਕਰੇ। ਜੇ ਕਾਨੂੰਨ ਗਲਤ ਲੈ ਲਏ ਸੀ, ਮਾਫੀ ਵੀ ਮੰਗ ਲਈ, ਵਾਪਸ ਵੀ ਲੈ ਲਏ। ਹੁਣ ਆਪਾਂ ਇਹ ਥੋੜ੍ਹਾ ਹੈ ਕਿ ਕੋਈ ਭਰਾਵਾਂ ਨੂੰ ਲੜਾਉਣਾ ਆਪਸ 'ਚ। ਕੋਈ ਭਾਜਪਾ ਵਾਲਾ ਫਾਲਤੂ ਗੱਲ ਨਹੀਂ ਕਰੇਗਾ, ਕੋਈ ਕਰੇਗਾ ਤੇ ਅਸੀਂ ਉਹਨਾਂ ਨੂੰ ਰੋਕਾਂਗੇ। ਅਸੀਂ ਤਾਂ ਨਹੀਂ ਸੁਣਿਆ ਜਿਹੜੀ ਲਫ਼ਜ਼ ਤੁਸੀਂ ਕਹੇ ਨੇ, ਪਰ ਜੇ ਹੋਣਗੇ ਤਾਂ ਉਹਦੀ ਮਾਫੀ ਚਾਹੁੰਦੇ ਹਾਂ, ਬਿਲਕੁਲ ਡਿਸਿਪਲਿਨ 'ਚ ਰਹਿ ਕੇ, ਕਿਉਂਕਿ ਅਸੀਂ ਕਿਸਾਨੀ ਭਾਈਚਾਰੇ ਦੇ ਵੀ ਪੂਰਨ ਸਾਥੀ ਹਾਂ। ਮੈਂ ਆਪਣਾ ਘਰ ਗਵਾ ਕੇ ਮੈਂ ਲੀਡਰ ਬਣ ਚੱਲ ਜਾ, ਮੈਨੂੰ ਨਹੀਂ ਸਵਾਦ ਆਉਣਾ, ਮੈਂ ਆਪਣਾ ਘਰ ਨਾਲ ਰੱਖਣਾ। ਅੱਜ ਮੈਂ ਕੈਂਟ ਹਲਕੇ 'ਚ ਇਸੇ ਕਰਕੇ ਚੋਣ ਲੜ ਰਿਹਾ ਕਿ ਮੈਂ ਪਹਿਲਾਂ ਤੋਂ ਚੋਣ ਲੜੀ ਹੈ।
ਮੈਂ ਲੋਕਾਂ ਦੀ ਸੇਵਾ 'ਚ 7 ਸਾਲ ਇੱਥੇ ਹਾਜ਼ਰ ਰਿਹਾ। ਮੈਂ ਇਕੱਲੇ ਘਰ 'ਚ ਗਿਆ। ਮੈਨੂੰ ਆਸ ਹੈ ਕਿ ਕੁਝ ਵੀ ਹੋ ਜਾਵੇ ਮੇਰੇ ਪਰਸਨਲ ਆਸ਼ੀਰਵਾਦ ਮੈਨੂੰ ਜ਼ਰੂਰ ਮਿਲਣਗੇ। ਤਾਂ ਹੁਣ ਤੁਸੀਂ ਕੈਂਟ ਹਲਕੇ ਦੀ ਮੱਕੜ ਸਾਹਿਬ ਗੱਲ ਕੀਤੀ ਆ, ਤੁਸੀਂ 7 ਸਾਲ ਤੋਂ ਕੰਮ ਕਰ ਰਹੇ ਸਨ, ਉਹ ਕਿਹੜੇ ਕਾਰਨ ਸਨ ਕਿ ਤੁਹਾਨੂੰ ਉੱਥੋਂ ਕੱਟ ਕੇ ਉੱਥੋਂ ਜਗਵੀਰ ਸਿੰਘ ਬਰਾੜ ਦੁਆਰਾ ਉੱਥੇ ਹਲਕੇ 'ਚ ਲੈ ਜਾਂਦੇ ਨੇ, ਤੇ ਇਹ ਕੀ ਕਾਰਨ ਬਣੇ? ਤੁਹਾਡੀ ਬੜੀ ਬਾਦਲ ਸਾਹਿਬ ਨਾਲ ਸਾਂਝ ਸੀ, ਪਾਰਟੀ ਦੇ ਵਿੱਚ ਤੁਸੀਂ ਸੇਵਾ ਬੜੀ ਕੀਤੀ ਆ, ਇਹਨੂੰ ਕੀ ਕਾਰਨ ਮੰਨਦੇ ਹੋ? ਇਹਦੇ 'ਚ ਮੇਨ ਤਾਂ ਮਜੀਠੀਆ ਸਾਹਿਬ ਨੇ ਗਲਤ ਰੋਲ ਕੀਤਾ। ਇਹ 'ਚ ਕਰਪਸ਼ਨ ਵੀ ਹੈਗੀ ਹੈ। ਨਹੀਂ ਤੇ 10 ਸਾਲ ਪਹਿਲਾਂ ਇੱਕ ਬੰਦਾ ਚੋਣ ਲੜਦਾ ਹੈ BDO ਤੋਂ, ਤੇ ਉਸ ਬੰਦੇ ਨੂੰ ਦੁਬਾਰਾ ਲਿਆਂਦਾ ਜਾਂਦਾ। ਮੇਰਾ 5000 ਬੰਦਾ ਬੈਠਾ ਹੈ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ 'ਚ। ਮੀਟਿੰਗ 'ਚ ਵੀ ਸੁਖਬੀਰ ਬਾਦਲ ਦਾ ਪਤਾ ਲੱਗਾ ਸੀ ਆਉਣਾ ਹੈ, ਤੇ ਮੈਂ ਕਿਹਾ ਸੀ ਤੁਸੀਂ ਉੱਥੋਂ ਹੋ ਕੇ ਜਾਇਓ। ਤੇ ਉਹਦੇ ਘਰ 25 ਬੰਦੇ ਸੀਗੇ, ਚੋਰੀ ਰਲਣਾ ਸੀ। ਮਜੀਠੀਆ 1 ਘੰਟਾ ਪਹਿਲਾਂ ਆਇਆ, ਉਹਨੇ ਆ ਕੇ ਲੋਕਾਂ ਨੂੰ ਸੱਦਿਆ। ਲੋਕ ਕਿਹੜੇ ਸੱਦੇ ਨੇ? MLA ਨੂੰ ਕਿਹਾ 50-50 ਬੰਦੇ ਲੈ ਕੇ ਆਓ। ਦੇਖ ਲਓ ਸਾਰੀ ਮੂਵੀ ਹੁੰਦੀ। ਮੈਨੂੰ ਗੁੱਸਾ ਇਸੇ ਗੱਲ ਦਾ ਆਇਆ ਬਈ ਕੋਈ ਗੱਲ ਨਹੀਂ, ਪਾਰਟੀਆਂ ਟਿਕਟ ਬਲਦੀਆਂ ਹੁੰਦੀਆਂ। ਮੈਨੂੰ ਅੱਗੇ ਕਪੂਰਥਲੇ ਇੱਥੇ ਲਿਆਏ ਨੇ ਤੇ ਮੈਂ ਪਾਰਟੀ ਵਾਸਤੇ ਆਇਆ, ਪਰ ਲੇਕਿਨ ਐਨ ਮੌਕੇ ਤੇ ਇਹਨਾਂ ਨੇ ਗਲਤ ਕੰਮ ਕੀਤਾ ਜਿਹੜਾ ਮੇਰੇ ਬਰਦਾਸ਼ਤ 'ਚ ਨਹੀਂ ਸੀ। ਮੇਰੇ ਕਿਸੇ ਵਰਕਰ ਨੂੰ, ਮੇਰੇ ਕਿਸੇ ਨਾਲ ਦੇ ਲੀਡਰ ਨੂੰ, ਮੇਰੇ ਹਲਕੇ ਦੇ ਬੰਦੇ ਨੂੰ ਦੇ ਦਿੰਦੇ ਟਿਕਟ, ਕੋਈ ਗੱਲ ਨਹੀਂ ਸੀ। ਹੋਰ ਬੰਦੇ ਵੀ ਟਿਕਟ ਮੰਗਦੇ ਹੁੰਦੇ ਨੇ। ਇੱਕ ਮੁਕਤਸਰ ਤੋਂ ਬੰਦਾ ਲਿਆ ਕੇ ਤੁਸੀਂ ਇੱਥੇ ਖੜਾ ਕਰਨ ਦੇ ਹੋ। ਮੈਂ ਮੁਕਤਸਰ ਜਾ ਕੇ ਇਲੈਕਸ਼ਨ ਲੜ ਸਕਦਾ ਇੱਥੋਂ? ਉਹ ਆਪਣੇ ਸਹੁਰਿਆਂ ਦੇ ਘਰ 'ਚ ਆ ਕੇ ਬਹਿ ਕੇ ਇਲੈਕਸ਼ਨ ਲੜਨ ਦੇ ਨੇ। ਉਹਨਾਂ ਨੂੰ ਜੇ ਇਹਨਾਂ ਨੇ ਉਦੋਂ ਵੀ ਲੜਾਈ ਸੀ ਨਾ, ਉਹ ਮਨਪ੍ਰੀਤ ਦੀ ਤਾਕਤ ਸੀ। ਤੇ ਮਨਪ੍ਰੀਤ ਨਾਲ ਵੀ ਉਹਨੇ ਧੋਖਾ ਕੀਤਾ, ਕਿਉਂਕਿ ਜਦੋਂ PP ਪਾਰਟੀ ਬਣਾਈ, ਮਨਪ੍ਰੀਤ ਹੁਣੀ ਬਾਹਰਲੇ ਟੂਰ ਤੇ ਗਏ, ਇਹ ਆਂਦਿਆਂ ਪੈਸਿਆਂ ਤੋਂ ਵਿਗੜ ਗਏ। ਅਜੇ ਮਸੇਰ ਭਾਈ ਕਹਿੰਦੇ ਨੇ ਆਪਣੇ ਆਪ ਨੂੰ। ਮਨਪ੍ਰੀਤ ਇੱਕ ਨੇਕ ਇਨਸਾਨ ਸੀ। ਜਦੋਂ ਮਨਪ੍ਰੀਤ ਘਰ ਚੋਂ ਗਿਆ ਸੀ, ਅਸੀਂ ਆਪਣੇ ਵਾਂਗੂ ਫੀਲ ਕਰਦੇ ਸੀ ਕਿ ਬੰਦਾ ਸਾਡੇ ਕੋਲ ਨਹੀਂ ਜਾਣਾ ਚਾਹੀਦਾ, ਇੱਕ ਸਾਡਾ ਇਹ ਗਹਿਣਾ ਹੈ। ਕਿਉਂਕਿ ਵੱਡੇ ਬਾਦਲ ਸਾਹਿਬ ਮਨਪ੍ਰੀਤ ਨੂੰ ਬਹੁਤ ਇੱਜ਼ਤ ਦਿੰਦੇ ਸੀ। ਉਹ 'ਚ ਵੀ ਮਜੀਠੀਆ ਦਾ ਰੋਲ ਸੀ। ਬਾਦਲ ਸਾਹਿਬ ਦੇ ਜਿੰਨੇ ਨਾਲ ਦੇ ਵੱਡੇ ਬੰਦੇ ਆ, ਜਿੰਨੇ ਨਿਕਟਵਰਤੀ ਸੀ, ਉਹ ਸਾਰੇ ਮਜੀਠੀਆ ਸਾਹਿਬ ਨੇ ਖਰਾਬ ਕਰਤੇ। ਇੱਕ ਬ੍ਰਹਮਪੁਰਾ ਵਾਪਸ ਆਇਆ। ਮਜੀਠੀਆ ਸਾਹਿਬ ਦੀ ਗੱਲ ਕੀਤੀ, ਸਵਾਲ ਜੁੜ ਗਿਆ ਨਾਲ ਵੀ ਜਿਹੜਾ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਆ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਏਜੰਸੀ ਨੇ, ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕੋਈ ਪੋਲੀਟੀਕਲ ਏਜੰਡਾ ਹੈ ਜਾਂ ਵਾਕਿਆ ਹੀ ਸਹੀ ਕਾਰਵਾਈ ਹੋਈ ਹੈ? ਦੇਖੋ, ਜਦੋਂ ਕੋਰਟ ਵਿੱਚ ਕੇਸ ਹੋਵੇ ਨਾ, ਵੈਸੇ ਕਾਨੂੰਨਨ ਤੌਰ ਤੇ ਕਿਸੇ ਨੂੰ ਵੀ ਕਿੰਤੂ ਪਰੰਤੂ ਕਰਨ ਦਾ ਹੱਕ ਨਹੀਂ ਹੈਗਾ। ਕੋਰਟ ਨੇ ਆਪਣਾ ਫੈਸਲਾ ਦੇ ਦੇਣਾ ਹੈ। ਜੇ ਉਹ ਨਾ ਹੋਏ ਤੇ ਉਹਨਾਂ ਨੂੰ ਕੱਢ ਦੇਣਗੇ, ਜੇ ਹੋਏ ਤੇ ਰੱਖ ਲੈਣਗੇ। ਲੋਅਰ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਤੇ ਹਾਈ ਕੋਰਟ ਤੋਂ ਪਤਾ ਲੱਗ ਜਾਣਾ। ਹਾਈ ਕੋਰਟ ਨੇ ਦਿੱਤੀ ਤੇ ਸੁਪਰੀਮ ਕੋਰਟ ਜਾਣਗੇ। ਪਰ ਸਾਡੇ ਲੀਡਰ ਜਿਹੜੇ ਨੇ, ਐਜ਼ ਏ ਲੀਡਰ ਜ਼ਮਾਨਤਾਂ ਵਾਲੇ ਪਾਸੇ ਨਹੀਂ ਜਾਂਦੇ। ਆਪਣੇ ਆਪ ਨੂੰ ਕਹਿੰਦੇ ਤੁਸੀਂ ਆਪਣੀ ਇਨਕੁਆਇਰੀ ਕਰ ਲਓ, ਅਸੀਂ ਤੁਹਾਨੂੰ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਤੁਹਾਡੇ ਹਲਕੇ ਦੀ ਗੱਲ ਕਰਦੇ ਆ ਕਿ ਤੁਸੀਂ 7 ਸਾਲ ਹਲਕੇ ਨਾਲ ਜੁੜੇ ਰਹੇ। ਜਿਸ ਹਿਸਾਬ ਨਾਲ ਹਜੇ ਵੀ ਲੋਕਾਂ ਦਾ ਪਿੰਡਾਂ ਵਿੱਚ ਭਾਜਪਾ ਪ੍ਰਤੀ ਵਿਰੋਧ ਹੈਗਾ ਆ, ਤੁਹਾਨੂੰ ਕੀ ਲੱਗਦਾ ਆ ਕਿ ਕੈਂਟ ਹਲਕੇ ਤੋਂ ਤੁਹਾਡੀ ਜਿਹੜੀ ਸਫਲਤਾ ਆ ਉਹ ਬਣੇਗੀ? ਮੇਰਾ ਘਰ ਆ ਜੀ, ਮੇਰਾ ਹਰ ਪਿੰਡ ਘਰ ਆ। ਮੇਰੇ ਸੱਜਣ ਨੇ, ਮੇਰੇ ਨਾਲ ਹਰ ਤਰ੍ਹਾਂ ਦੀ ਕਮਿਊਨਿਟੀ ਹੈ। ਅਸੀਂ ਕੋਈ ਆਪਣਾ ਜੰਤਰ ਮੰਤਰ ਵੀ ਦਿਖਾਵਾਂਗੇ। ਜਿਹੜਾ ਹੁਣ ਮੋਦੀ ਸਾਹਿਬ ਨੂੰ ਬੁਲਾਇਆ ਸੀ, ਮੋਦੀ ਸਾਹਿਬ ਆਏ ਸੀ, ਮੋਦੀ ਸਾਹਿਬ ਪਹਿਲਾਂ ਨਾ ਆ ਗਏ। ਜੇ ਮੋਦੀ ਸਾਹਿਬ ਆਏ ਨੇ, ਜੇ ਉਹ ਕਿਸਾਨਾਂ ਲਈ ਕੁਝ ਹੋਰ ਕਰ ਜਾਂਦੇ ਤੇ ਮਲਮ ਲੱਗ ਗਈ ਸੀ। ਬਾਕੀ ਖਿੱਚ ਕੇ ਨਹੀਂ ਅਸੀਂ ਵੋਟ ਲੈ ਸਕਦੇ, ਅਸੀਂ ਤਾਂ ਹੱਥ ਜੋੜ ਕੇ ਵੋਟ ਲੈ ਸਕਦੇ ਹਾਂ। ਹੱਥ ਜੋੜ ਕੇ ਤੁਸੀਂ ਹੁਣ ਪ੍ਰਧਾਨ ਮੰਤਰੀ ਨੂੰ ਫਿਰ ਦੁਬਾਰਾ ਵੀ ਤੇ ਕਹਿ ਸਕਦੇ ਪੰਜਾਬ ਦੇ ਭਲੇ ਲਈ, ਭਾਈ ਜੇ ਕੋਈ ਗਲਤੀ ਹੋ ਵੀ ਗਈ, ਜੇ ਕੋਈ ਗੱਲ ਹੋ ਗਈ, ਉਹ ਸਰਕਾਰਾਂ ਦਾ ਆਪਸ ਵਿੱਚ ਹੀ ਰੌਲਾ ਆ, ਪੰਜਾਬ ਦੇ ਭਲੇ ਦੀ, ਪੰਜਾਬ ਦੇ ਲੋਕਾਂ ਲਈ ਤਾਂ ਕੁਝ ਦਿਓ ਤੁਸੀਂ। ਇਮੀਡੀਏਟਲੀ ਮੰਗਾਂਗੇ। ਆਹ ਫੈਸਲਾ ਹੋ ਲਵੇ, ਮੋਦੀ ਸਾਹਿਬ ਨੂੰ ਰੈਲੀ ਕਰਾ ਕੇ ਦੱਸਾਂਗੇ, ਨਾਲ ਇਹਨਾਂ ਸਾਰਿਆਂ ਦਾ ਮੂੰਹ ਬੰਦ ਹੋ ਜਾਏਗਾ ਕਿ ਬੰਦੇ ਕਿੱਥੋਂ ਆ ਗਏ। ਵੇਖੋ, ਮੈਂ ਅੱਜ ਤੱਕ ਚੀਫ ਮਿਨਿਸਟਰ ਦੀਆਂ ਰੈਲੀਆਂ ਵੇਖੀਆਂ, ਮੈਂ ਪ੍ਰਾਈਮ ਮਿਨਿਸਟਰ ਦੀਆਂ ਰੈਲੀਆਂ ਦੇਖੀਆਂ। ਕਦੀ ਕੋਈ ਰੈਲੀ ਪੂਰਨ ਤੌਰ ਤੇ 2 ਵਜੇ ਤੱਕ, 2-3 ਵਜੇ ਤੱਕ ਨਹੀਂ ਭਰੀ। ਜੇ ਤੁਸੀਂ 5 ਲੱਖ ਦਾ ਇਕੱਠ ਕਰਨਾ ਤੇ ਉਹਦੀ ਟ੍ਰੈਫਿਕ ਚਾਹੀਦੀ ਹੈ, ਉਹਦੀ ਗੱਡੀਆਂ ਚਾਹੀਦੀਆਂ।
ਓਨਲੀ ਬੰਦਿਆਂ ਨੇ ਆਣਾ ਹੈ, ਰੱਬ ਨੇ ਉੱਤੋਂ ਮੌਸਮ ਖਰਾਬ ਕਰ ਦਿੱਤਾ। ਜੇ ਉਹ ਸਾਰੀਆਂ ਗੱਲਾਂ ਹੋ ਗਈਆਂ ਨੇ, ਉਹਦੇ 'ਚ ਇਹ ਗਲਤ ਰਿਜ਼ਲਟ ਕੱਢਿਆ ਕਿ ਟ੍ਰੈਫਿਕ ਬੰਦ ਕਰ ਦਿਓ ਤੇ ਮੋਦੀ ਨੂੰ ਜਾਣ ਹੀ ਨਾ ਦਿਓ। ਜੇ ਮੋਦੀ ਸਾਹਿਬ ਏਅਰਪੋਰਟ ਤੇ ਇੱਕ ਲਾਈਨ ਨਾ ਬੋਲਦੇ ਤੇ ਤੁਹਾਡੇ ਪ੍ਰੈਸ ਵਾਲਿਆਂ ਨੇ ਫੜ ਲੈਣਾ ਸੀ। ਮੋਦੀ ਸਾਹਿਬ ਤਾਂ ਆਪੇ ਹੀ ਚਲੇ ਗਏ ਸੀ, ਉਹਨਾਂ ਤਾਂ ਕਿਸੇ ਨੇ ਦੱਸਿਆ ਵੀ ਨਹੀਂ। ਗੱਲ ਕਰਦੇ ਆ ਕਿ ਭਾਜਪਾ ਦੇ ਵਿੱਚ ਜਾਣ ਲਈ ਵੱਖ-ਵੱਖ ਪਾਰਟੀਆਂ ਦੇ ਲੀਡਰ ਕਾਹਲੇ ਹੋਏ ਸੀ, ਪਰ ਆਹ ਘਟਨਾ ਤੋਂ ਬਾਅਦ ਲੀਡਰ ਨੇ ਬ੍ਰੇਕ ਲਾ ਲਈ ਆ। ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਵੀ ਤੁਸੀਂ ਲੰਬਾ ਸਮਾਂ ਰਹੇ ਆ, ਵੀ ਕਿਹੜੇ-ਕਿਹੜੇ ਲੀਡਰ ਅਕਾਲੀ ਦਲ ਚੋਂ ਜਾ ਸਕਦੇ ਭਾਜਪਾ, ਜਾਂ ਕਿਹੜੇ-ਜਿਹੜੇ ਕਾਂਗਰਸ ਚੋਂ ਜਾ ਸਕਦੇ? ਲੀਡਰ ਆਪਣੀ ਇੱਜ਼ਤ ਨਾਲ ਜਾਣਾ ਚਾਹੁੰਦਾ, ਉਹਨਾਂ ਨੇ ਉਧਰ ਸੀਟ ਤੇ ਆਉਣਾ ਸੀ। ਸ਼ਾਇਦ ਉਦੋਂ ਵੀ ਕੋਈ ਬਣਦਾ ਤਰੀਕਾ, ਬਹੁਤ ਸਾਰੇ ਸ਼ਾਹ ਜੀ ਦੇ ਥਰੂ ਆਉਂਦੇ ਨੇ, ਬਹੁਤ ਸਾਰੇ ਸ਼ਿਕਾਵਤ ਸਾਹਿਬ ਪੰਜਾਬ ਦੇ ਇੰਚਾਰਜ ਨੇ, ਉਹਨਾਂ ਥਰੂ ਆਉਂਦੇ ਨੇ। ਕਈਆਂ ਦੇ ਮਨ 'ਚ ਇਹ ਹੈ ਕਿ ਮੋਦੀ ਸਾਹਿਬ ਦੀ ਨੌਲੇਜ ਲਿਆ ਕੇ ਉਹਨਾਂ ਦੀ ਸਟੇਜ ਤੇ ਜਾਈਏ। ਸਟੇਜ ਤੇ ਤਾਂ ਵੈਸੇ ਉਹਨਾਂ ਨੇ ਉਧਰ ਲੀਡਰ ਨਹੀਂ ਸੀ ਰਲਾਉਣੇ, ਪਰ ਅਨਾਉਂਸ ਹੋ ਜਾਣੇ ਸੀਗੇ ਕਿ ਮੈਂ ਪਾਰਟੀ ਛੱਡ ਕੇ ਆ ਗਿਆ। ਪਰ ਲੇਕਿਨ ਬਹੁਤ ਸਾਰੇ ਲੀਡਰ ਆਣਗੇ, ਕੋਈ ਭੇਤ ਨਹੀਂ ਦੇਵੇਗਾ 5 ਮਿੰਟ ਪਹਿਲਾਂ ਵੀ, ਤੇ ਨਾ ਮੈਂ ਉਹਨਾਂ ਦਾ ਦੇਵਾਂਗਾ। ਮੈਂ ਹੁਣ ਜਿਹੜੀ ਪਾਰਟੀ ਨਾਲ ਆ ਮੈਂ ਉਹਦਾ ਖੈਰ ਖਾਂ, ਤੇ ਜਿਹਨੇ ਮੇਰੇ ਕੋਲ ਆਉਣਾ ਮੇਰਾ ਪਰਿਵਾਰ ਆ। ਤੇ ਸਾਡੀ ਪਾਰਟੀ 'ਚ ਕੋਈ ਆਉਂਦਾ ਹੈ, ਧਮਾਕਾ ਹੋ ਸਕਦਾ ਵੱਡਾ, ਬਹੁਤ ਵੱਡੇ, ਬਹੁਤ ਵੱਡੇ। ਕੈਪਟਨ ਅਮਰਿੰਦਰ ਸਿੰਘ ਛੋਟੀ ਚੀਜ਼ ਹੈ, ਰਾਣਾ ਸੋਢੀ ਛੋਟੀ ਚੀਜ਼ ਹੈ, ਫਤਿਹ ਬਾਜਵਾ ਕਿਤੇ ਛੋਟੀ ਚੀਜ਼ ਹੈ। ਇੱਕ ਹੋਰ ਰਾਣਾ ਵੀ ਉਹਦੀ ਵਾਰੀ ਆ ਸਕਦੀ ਹੈ। ਰਾਣਾ ਸਾਹਿਬ ਨਾਲ ਮੇਰੀ ਗੱਲ ਇੱਦਾਂ ਨਾ ਜੀ, ਮੈਂ ਉਹਨਾਂ ਨਾਲ ਚੋਣ ਲੜੀ ਉੱਪਰ, ਜਦੋਂ ਇੱਕ ਦੂਜੇ ਨਾਲ ਚੋਣ ਲੜ ਲਓ ਨਾ ਥੋੜ੍ਹਾ ਜਿਹਾ ਡਿਫਰੈਂਸ ਹੋ ਜਾਂਦਾ ਹੈ, ਪਰ ਨਾ ਵੱਜਦਾ। ਪਰ ਲੇਕਿਨ ਮੈਂ ਨਹੀਂ ਇੱਦਾਂ ਕਹਿੰਦਾ ਵੀ ਕਿਸੇ ਨੇ ਆਉਣਾ ਕਿ ਨਹੀਂ ਆਉਣਾ। ਮੈਂ ਹੁਣ ਆਪਣੀ ਪਾਰਟੀ ਨੂੰ ਭੰਨਣਾ ਹੋਵੇ, ਪਾਰਟੀ ਲਈ ਗਲਤ ਗੱਲ ਕਰਨੀ ਹੋਵੇ, ਤੇ ਮੈਂ ਕਹਿ ਦਿਆਂ ਉਹ ਆ ਰਿਹਾ ਤੇ ਲੋਕੀ ਰੁਕਣ ਤੁਰ ਪੈਣ। ਅੱਜ ਤਾਂ ਭਾਈ ਸਾਹਿਬ ਸ਼ਾਮ ਨੂੰ ਦੂਜੀਆਂ ਪਾਰਟੀਆਂ ਆ ਕੇ ਬਹਿ ਜਾਂਦੀਆਂ। ਉਹ ਮੁੱਕਰ ਸਾਹਿਬ ਕਿਉਂ ਜਲਦੀ ਕੀਤੀ ਜੀ, ਅਸੀਂ ਤੁਹਾਨੂੰ ਲੈਣਾ। ਮੈਂ ਕਹਿੰਦਾ ਨਹੀਂ ਜੀ, ਹੁਣ ਜੋ ਹੋ ਗਿਆ ਠੀਕ ਹੈ। ਹੁਣ ਪਾਰਟੀਆਂ ਦਾ ਕੋਈ ਵਕਾਰ ਨਹੀਂ ਰਿਹਾ। ਪਾਰਟੀਆਂ ਕਿਸੇ ਭਗਤ ਨੂੰ ਦੇ ਰਹੀਆਂ ਨੇ, ਪਾਰਟੀਆਂ ਕਿਸੇ ਐਵੇਂ ਜਿਹਨੂੰ ਪੋਲੀਟੀਕਲ ਨੌਲੇਜ ਨਹੀਂ, ਜਿਹਨੇ ਕਦੀ ਕੌਂਸਲਰ ਨਹੀਂ ਲੜੀ, ਉਹਨੂੰ ਦੇ ਰਹੀਆਂ ਨੇ। ਪਾਰਟੀਆਂ ਪੁਰਾਣੇ ਬੰਦੇ ਦੀ ਪਰਵਾਹ ਹੀ ਨਹੀਂ ਕਰ ਰਹੀਆਂ। ਆਮ ਪਾਰਟੀ ਨੇ ਕੱਲ੍ਹ ਜਲੰਧਰ 'ਚ ਵੇਖੋ ਲੜਾਈ ਹੋਈ ਕਿੱਡੀ ਵੱਡੀ। ਮਾਲੀ ਸਾਹਿਬ ਨੂੰ 2 ਸਾਲ 3 ਸਾਲ 5 ਸਾਲ 7 ਸਾਲ ਲਾਈ ਰੱਖਿਆ, 100 'ਚ ਨਵੇਂ ਮੁੰਡੇ ਨੂੰ ਟਿਕਟ ਦੇ ਦਿੱਤੀ। ਕੁਛ ਨਹੀਂ ਦੇਖਿਆ ਵੀ ਕੋਈ ਇਹਨੇ ਪਾਰਟੀ ਨੇ ਕੰਮ ਕੀਤਾ, ਕੋਈ ਐਕਸਪੀਰੀਅੰਸ ਆ। ਦੂਜੀ ਇਕਬਾਲ ਸਿੰਘ ਢੀਂਡਸਾ ਲੱਗਾ ਰਿਹਾ 3 ਸਾਲ, ਮੇਰਾ ਸਾਥੀ ਸੀ। ਆਹੋ, ਉਹ ਵੀ ਨਿਰਾਸ਼ ਹੋ ਗਿਆ ਅਕਾਲੀ ਦਲ ਤੋਂ, ਉਹਨੂੰ ਟਿਕਟ ਨਹੀਂ ਦਿੱਤੀ, ਇੱਕ ਨਵੇਂ ਬੰਦੇ ਨੂੰ ਦੇ ਦਿੱਤੀ, ਜਿਹੜਾ ਕੱਪੜੇ ਦੀ ਦੁਕਾਨ ਕਰਦਾ, ਜਿਹੜਾ ਮਹਾਰਾਜ ਦੀਆਂ ਭੇਟਾਂ ਗਾਉਂਦਾ। ਤੀਜਾ ਵੇਖੋ ਉੱਥੇ ਨਾਰਥ ਵਿੱਚ ਢਾਲ ਸਾਹਿਬ ਨੂੰ ਦੇ ਦਿੱਤੀ। ਮੈਂ ਨਹੀਂ ਕਹਿੰਦਾ ਉਹ ਮਾੜੇ ਨੇ, ਪਰ ਪਾਰਟੀਆਂ ਦਾ ਕਿਰਦਾਰ ਬਿਲਕੁਲ ਸਟੇਬਲ ਨਹੀਂ। ਪਾਰਟੀਆਂ ਨੂੰ ਆਪਣਾ ਆਪ ਨਹੀਂ ਪਤਾ ਹੈਗਾ ਕਿ ਕਿਹਨੂੰ ਵੋਟਾਂ ਪੈਣੀਆਂ, ਕਿਹਨੂੰ ਨਹੀਂ ਪੈਣੀਆਂ, ਇਹ ਕਿੱਥੇ ਜਾ ਕੇ ਗੱਲ ਨਿਬੜਨੀ ਹੈ। ਅੱਗੇ 3 ਦਿਨਾਂ 'ਚ ਇਲੈਕਸ਼ਨ ਦਾ, ਪਿਛਲੀ ਵਾਰੀ 17 ਦੇ ਵਿੱਚ ਸ਼ਕਲ ਬਦਲ ਗਈ ਸੀ ਅਖੀਰਲੇ 3 ਦਿਨ 'ਚ। ਅਸੀਂ ਜਿੰਨੇ 'ਚ ਜਿੱਤਦੇ ਸੀ ਉਹਨੇ 'ਚ ਹਾਰ ਗਏ ਸੀ। ਅਕਾਲੀ ਦਲ ਓਪੋਜੀਸ਼ਨ 'ਚ ਵੀ ਨਹੀਂ ਸੀ ਰਿਹਾ। ਕਦੀ ਅਕਾਲੀ ਦਲ ਇੱਦਾਂ ਨਹੀਂ ਹੋਇਆ ਕਿ ਓਪੋਜੀਸ਼ਨ 'ਚ ਵੀ ਨਾ ਆਵੇ। ਆਮ ਪਾਰਟੀ ਨੂੰ ਘਰ ਬੈਠਿਆਂ ਲੋਕਾਂ ਵੋਟਾਂ ਪਾਤੀਆਂ ਸੀ, ਜਿਨ੍ਹਾਂ ਦਾ ਕੋਈ ਕੌਂਸਲਰ ਨਹੀਂ, ਜਿਨ੍ਹਾਂ ਦਾ ਕੋਈ ਸਰਪੰਚ ਨਹੀਂ। ਪਿੰਡ ਜਾ ਕੇ ਪੁੱਛੀਦਾ ਸੀ ਕੋਈ ਲੀਡਰ ਹੈਗਾ ਹੈ, ਬੂਥ ਵੀ ਹੈ ਨਹੀਂ ਸੀ। ਇਹ ਨਹੀਂ ਜੀ ਪਰਮਾਤਮਾ, ਇਹ ਹੁਣ ਵੋਟਰ ਬੜਾ ਸਿਆਣਾ ਹੈ, ਤੇ ਵੋਟਰ ਨੂੰ ਤਾਂ ਵੈਸੇ ਸ਼ੁਰੂ ਤੋਂ ਬੜੀ ਰਿਸਪੈਕਟ ਦਿੱਤੀ ਜਾਂਦੀ ਹੈ। ਤੇ ਜੋ ਉਹਦੇ ਮਨ ਮੇਰ ਆ ਜਾਵੇ, ਜੋ ਚਰਚਾ ਦਾ ਵਿਸ਼ਾ ਬਣ ਜਾਵੇ, ਜੋ ਪ੍ਰੈਸ ਵੀ ਕਰੇ। ਵੇਖੋ ਪ੍ਰੈਸ ਦੀ ਬੜੀ ਤਾਕਤ ਆ, ਇਹ ਕੋਈ ਪਤਾ ਨਹੀਂ। ਤੁਹਾਡੇ ਹਲਕੇ ਦੇ ਵਿੱਚ 2 ਵੱਡੇ ਕੱਦਵਰ ਲੀਡਰ ਮੰਨੇ ਜਾਂਦੇ, ਪ੍ਰਗਟ ਸਿੰਘ ਇਸ ਵੇਲੇ ਕੈਬਨਿਟ ਮੰਤਰੀ ਨੇ, ਜਗਵੀਰ ਸਿੰਘ ਬਰਾੜ ਇਸ ਵੇਲੇ ਸਮਰਥਨ ਬਸਪਾ ਦਾ ਲੈ ਕੇ ਆਪਣੇ ਆਪ ਨੂੰ ਮੌਜੂਦ ਸਮਝਦੇ ਹੋ। ਕਿੱਥੇ ਸਮਝਦੇ ਤੁਸੀਂ ਆਪਣੀ ਭਾਜਪਾ ਦੀ ਰਾਜਨੀਤੀ? ਉਹ ਕਹਿੰਦੇ ਹੁੰਦੇ ਨਾ ਵੀ ਵਾਲ ਮੋਹਰੇ ਹੀ ਆ ਜਾਣੇ ਨੇ, ਤੁਹਾਨੂੰ ਸਾਰਾ ਹੀ ਪਤਾ, ਤੁਸੀਂ ਜਾਣੀ ਜਾਣ ਹੋ ਹੈ। ਇਹ ਸਭ ਲੱਭਣੇ ਨਹੀਂ, ਲੋਕੀ ਜਾਣਦੇ ਆ ਕਿ ਕੱਲ ਬੰਦਾ ਆਇਆ ਤੇ ਉਹਨੂੰ ਟਿਕਟ ਦੇ ਦਿੱਤੀ ਅਕਾਲੀ ਦਲ ਨੇ, ਉਹਨਾਂ ਨਹੀਂ ਖਲੋਣ ਦੇਣਾ। ਤੇ ਸਰਦਾਰ ਭਗਤ ਸਿੰਘ ਤਾਂ 4.5 ਸਾਲ ਵੜੇ ਹੀ ਨਹੀਂ, ਆ ਹੁਣ ਗਰਾਂਟਾਂ ਦਿੰਦੇ ਫਿਰਦੇ ਆ। 2 ਹੋ ਗਏ। ਸੋਢੀ ਸਾਹਿਬ IG ਰਿਟਾਇਰ ਹੋਏ ਨੇ, ਉਹ ਆਮ ਪਾਰਟੀ ਵੱਲੋਂ ਆਏ ਨੇ। 3 ਹੋ ਗਏ, ਚੌਥਾ ਮੈਂ ਆ ਗਿਆ। ਸਾਰਿਆਂ ਨਾਲੋਂ ਪੁਰਾਣਾ ਮੈਂ ਹੋ ਗਿਆ, ਜਿਹਨੇ ਲਗਾਤਾਰ ਬਿਨਾਂ ਲਾਲਚ ਦੇ, ਬਿਨਾਂ ਕਿਸੇ ਪੋਸਟ ਦੇ ਸੇਵਾ ਕੀਤੀ ਹੈ, ਹਲਕਾ ਇੰਚਾਰਜ ਬਣ ਕੇ। ਪਾਰਟੀਆਂ 'ਚ 5-10 ਬੰਦੇ ਹੁੰਦੇ ਨੇ
ਜੇ ਕਿਸੇ ਨੂੰ ਮੇਰੀ ਪਾਰਟੀ ਦੂਜੇ ਨੂੰ ਟਿਕਟ ਦੇ ਦਿੰਦੀ, ਮੈਂ ਉਹਨੂੰ ਸ਼ਾਬਾਸ਼ ਦਿਆਂਗਾ ਤੇ ਉਹਨੂੰ ਨਾਲ ਹੋ ਕੇ ਜਿਤਾਵਾਂਗਾ, ਮੈਂ ਖਿਜਾਂਗਾ ਨਹੀਂ। ਮੈਨੂੰ ਕੋਈ ਗੁੱਸਾ ਨਹੀਂ ਕਿਸੇ ਤੇ। ਤੁਸੀਂ ਕੈਂਟ ਹਲਕੇ ਨੂੰ ਜੇ ਲੈ ਕੇ ਦੇਖਦੇ ਆ ਤੇ ਕਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਕੈਂਟ ਹਲਕੇ ਦੀਆਂ ਤੇ ਕੀ ਵਿਜ਼ਨ ਹੈ ਤੁਹਾਡਾ ਕੈਂਟ ਹਲਕੇ? ਕੈਂਟ 'ਚ ਹੋਇਆ ਹੀ ਕੁਛ ਨਹੀਂ। ਜਦੋਂ ਸੀਐਮ ਸਾਹਿਬ ਨੂੰ ਲਿਆ ਕੇ ਮੈਂ ਸੰਗਤ ਦਰਸ਼ਨ ਕਰਾਏ ਸੀ 16 'ਚ, ਤੇ ਪ੍ਰਗਟ ਸਿੰਘ ਨੇ ਮੰਗ ਕੀਤੀ ਸੀ ਕਿ ਜਿਹੜਾ ਟ੍ਰੀਟਮੈਂਟ ਪਲਾਂਟ ਏ ਇਹਨੂੰ ਗਲਤ ਥਾਂ ਬਣਾਇਆ, ਇਹਨੂੰ ਬੰਦ ਕਰੋ, ਇਹਨੂੰ ਸ਼ਿਫਟ ਕਰੋ। ਉੱਥੇ ਦਾ ਉੱਥੇ ਹੀ ਇਹ ਤੇ ਬੰਦ ਪਿਆ। ਉਹ ਫਿਰ ਉਹਨੇ ਬਣਾਇਆ ਸੀ ਡੇਅਰੀ ਫਾਰਮ ਦਾ, ਉਹ ਵੀ ਉੱਥੇ ਦਾ ਉੱਥੇ ਹੀ ਪਿਆ। ਫਿਰ 66 ਫੁੱਟੀ ਰੋਡ ਤੇ ਜੇ ਸੀਵਰੇਜ ਦੇ ਪੈਸੇ ਮੈਂ ਅਲਾਟ ਕਰਾਏ ਸੀ, ਹੁਣ 5ਵੇਂ ਸਾਲ 'ਚ ਸ਼ੁਰੂ ਕੀਤਾ, ਸਾਰਾ ਪੱਟਿਆ ਪਿਆ ਇਹੋ ਜਿਹੀਆਂ ਬਾਰਿਸ਼ਾਂ 'ਚ, ਜਿਹੜਾ ਇਲੈਕਸ਼ਨ ਤੱਕ ਬਣ ਨਹੀਂ ਸਕਦਾ। ਲੋਕਾਂ ਨੂੰ ਲੰਘਣਾ ਔਖਾ ਹੋ ਗਿਆ। ਜੇ ਤੁਸੀਂ ਧੀਣਾ ਪਿੰਡ 'ਚ ਕਿਤੇ ਤੁਹਾਡੇ ਕੋਲ ਟਾਈਮ ਲੱਗੇ ਚਲੇ ਜਾਓ, ਇੱਕ ਗਲੀ ਵੀ ਹੈ ਨਹੀਂ, ਤੁਸੀਂ ਬਿਲਗੇ ਦਿਓ, ਧੀਣਾ 'ਚ ਲੰਘ ਕੇ ਜਾਇਓ, ਤੁਸੀਂ ਚੇਤਿਆਣੀ ਲੰਘ ਕੇ ਜਾਇਓ। ਭਾਈ ਸਾਹਿਬ, ਪਿੰਡਾਂ ਦੇ ਵਿੱਚ ਅਸੀਂ ਨਾਅਰਾ ਮਾਰਿਆ ਸੀ ਕਿ ਅਸੀਂ ਸ਼ਹਿਰਾਂ ਵਰਗੇ ਬਣਾ ਕੇ ਦੇਵਾਂਗੇ, ਤੇ ਉਹਨਾਂ ਕੋਲ ਜਾਣ ਦਾ ਹੀ ਨਹੀਂ ਸਮਾਂ ਲੱਗਾ, ਕਿਉਂਕਿ ਅਮਰਿੰਦਰ ਸਿੰਘ ਨਾਲ ਇਹਨਾਂ ਦੀ ਬਣਦੀ ਨਹੀਂ ਸੀ। ਜੇ ਹੁਣ ਚੰਨੀ ਜੀ ਆਏ ਨੇ, ਇਹ ਸਿੱਧੂ ਸਾਹਿਬ ਦੇ ਸਿਰ ਤੇ ਸੀਗੇ, ਪਰ ਲੇਕਿਨ ਇਹਨਾਂ ਕੋਲ ਟਾਈਮ ਹੀ ਨਹੀਂ ਸੀਗਾ। ਵੇਖੋ ਅੱਜ ਵੀ ਟਾਈਮ ਨਹੀਂ ਹੈਗਾ। ਜਿਹੜਾ ਮੰਤਰੀ ਬਣ ਜਾਏ ਉਹਨੂੰ ਬੜੀਆਂ ਥਾਵਾਂ 'ਤੇ ਜਾਣਾ ਪੈਂਦਾ, ਉਹ ਹਲਕੇ ਵੱਲ ਧਿਆਨ ਨਹੀਂ ਦੇ ਸਕਦਾ। ਤੇ ਹਲਕੇ ਵਾਲੇ ਜ਼ਰੂਰ ਅਕਾਊਂਟ ਕਰਦੇ ਨੇ ਕਿ ਮੇਰਾ ਕਿਸੇ ਨੇ 5 ਸਾਲ ਸੋਚਿਆ ਕਿ ਨਹੀਂ ਸੋਚਿਆ। ਅਸੀਂ 2 ਵਾਰੀ ਇਹਨੂੰ MLA ਬਣਾਤਾ, ਪ੍ਰਗਟ ਸਿੰਘ ਨੂੰ 2 ਵਾਰੀ MLA ਬਣਾਤਾ, ਪਰ ਜੇ ਉਹਨਾਂ ਨੇ ਨਹੀਂ ਕੀਤਾ ਤਾਂ ਲੋਕਾਂ ਨੇ ਲੇਖਾ ਜੋਖਾ ਤਾਂ ਕਰਨਾ ਹੈ। ਮੈਂ ਨਹੀਂ ਉਹਨਾਂ ਨੂੰ ਪੜ੍ਹਾਉਂਦਾ। ਮੈਂ ਤਾਂ ਕਹਿੰਦਾ ਜੀ, ਜਿਹਨੇ ਤੁਹਾਡਾ ਕੰਮ ਕੀਤਾ ਉਹਨੂੰ ਵੋਟਾਂ ਪਾ ਦਿਓ, ਜਿਹਦਾ ਅਖਲਾਕ ਠੀਕ ਹੈ ਉਹਨੂੰ ਵੋਟਾਂ ਪਾ ਦਿਓ, ਨਾ ਕਿਸੇ ਪੈਸਿਆਂ ਦੇ ਲਾਲਚ ਆਓ। ਪੈਸੇ ਲੈ ਲਓ ਜੀ ਤੁਹਾਨੂੰ ਕੋਈ ਦਿੰਦਾ ਤਾਂ, ਪਰ ਲੇਕਿਨ ਵੋਟ ਪਾਉਣ ਲੱਗਿਆ ਆਪਣੇ ਮਨ 'ਚ ਜ਼ਰੂਰ ਧਿਆਨ ਲਿਆਓ ਕਿ ਕੌਣ ਤੁਹਾਡੇ ਨਾਲ ਜੁੜਿਆ ਰਿਹਾ, ਉਹਨੂੰ ਵੋਟਾਂ ਪਾਓ। ਪਾਰਟੀ ਨੇ ਜਾਂ ਅਸੀਂ ਆਪ ਵੀ ਟਿਕਟ ਕਿਸੇ ਨੂੰ ਦਈਏ, ਅਸੀਂ ਸਾਡਾ ਭਰਾ ਵੀ ਹੋਵੇ, ਅਸੀਂ ਉਹਨੂੰ ਕਹਿੰਦੇ ਯਾਰ ਜੇ ਤੂੰ ਜਿੱਤਦਾ ਤਾਂ ਤੈਨੂੰ ਦੇਣੀ ਹੈ। ਜੇ ਪਾਰਟੀ ਨਾ ਬਣੀ ਤਾਂ ਅਸੀਂ ਕਰਾਂਗੇ। ਚਲੋ ਸਾਡੀ ਪਾਰਟੀ ਤਾਂ ਤਕੜੀ ਹੈ, ਡਬਲ ਇੰਜਨ ਦੀ ਸਰਕਾਰ ਆ। ਦੇਸ਼ ਦੀ ਪਾਰਟੀ ਜਦੋਂ ਕਿਸੇ ਸਟੇਟ ਨੂੰ ਨਿਗਾਹ ਨਾਲ ਦੇਖੇ ਤੇ ਬੜੇ ਫਾਇਦੇ ਕਰ ਸਕਦੀ। ਇਹੋ ਕਿਸਾਨੀ ਮਸਲਾ ਬੜਾ ਵਧੀਆ ਹੱਲ ਹੋ ਸਕਦਾ ਜੇ ਅਸੀਂ ਸਿੱਧੇ ਤੌਰ ਤੇ ਸ਼ਾਮਲ ਹੁੰਦੇ। ਅਸੀਂ ਤਾਂ ਸਿੱਧੇ ਤੌਰ ਤੇ ਸ਼ਾਮਲ ਹੋਏ ਹਾਂ ਕਿਉਂਕਿ ਅਕਾਲੀ ਦਲ ਦੀ ਰਿਫਟ ਪੈ ਚੁੱਕੀ ਸੀ। ਅਕਾਲੀ ਦਲ ਨੇ ਪਹਿਲਾਂ ਧਿਆਨ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਬਦਨਾਮੀ ਦਿਵਾਉਣਾ ਚਾਹੁੰਦਾ ਸੀ, ਉਹਨਾਂ ਨੇ ਉਦੋਂ ਧਿਆਨ ਨਹੀਂ ਕੀਤਾ। ਬਾਅਦ 'ਚ ਜਦੋਂ ਸਿਰ ਤੇ ਪਈ ਫਿਰ ਉਹ ਸਿੰਸੀਅਰ ਹੋ ਕੇ ਚੱਲੇ। ਆਉਣ ਵਾਲੇ ਸਮੇਂ 'ਚ ਸਹੀ ਚੱਲਣਗੇ। ਜਦੋਂ ਬੰਦਾ ਠੇਡਾ ਖਾਂਦਾ, ਜਦੋਂ ਬੰਦੇ ਨੂੰ ਗੁੱਸਾ ਆਉਂਦਾ ਤੇ ਬੰਦਾ ਉੱਠ ਕੇ ਸੋਚਦਾ ਵੀ ਮੈਂ ਕਿਉਂ ਡਿੱਗਿਆ। ਕੈਪਟਨ ਅਮਰਿੰਦਰ ਸਿੰਘ ਦੇ 4.5 ਸਾਲ ਦੇ ਫੇਲੀਅਰ ਆ, ਉਹ ਵੀ ਤਾਂ ਹੁਣ ਤੁਹਾਨੂੰ ਨੁਕਸਾਨ ਤਾਂ ਕਰਨਗੇ ਨਾ। ਨਹੀਂ, ਕਈ ਤਰ੍ਹਾਂ ਦੀਆਂ ਗੱਲਾਂ ਹੈ। ਸਾਲ ਤਾਂ ਕਰੋਨਾ ਨੇ ਵੀ ਖਰਾਬ ਕੀਤਾ, ਸਾਲ ਕਿਸਾਨੀ ਐਜੀਟੇਸ਼ਨ ਦਾ ਵੀ ਰੁਕਿਆ, 2 ਸਾਲ ਸਾਡੇ ਗਏ। ਕੈਪਟਨ ਅਮਰਿੰਦਰ ਸਿੰਘ ਨੇ ਦੁਸ਼ਮਣਬਾਜ਼ੀ ਨਹੀਂ ਕੀਤੀ। ਦੁਸ਼ਮਣਬਾਜ਼ੀ ਦੇ ਖਿਲਾਫ ਜਿਹੜਾ ਲੀਡਰ ਹੋਵੇ ਉਹ ਕੋਈ ਬੁਰਾ ਨਹੀਂ ਹੁੰਦਾ। ਅੱਜ ਮੇਰੇ ਤੇ ਝੂਠਾ ਪਰਚਾ ਹੋ ਜਾਏ, ਮੈਂ ਹੋਰ ਗੱਲਾਂ ਦਾ ਭੁੱਲ ਜਾਊਂਗਾ, ਝੂਠਾ ਪਰਚਾ ਨਹੀਂ ਭੁੱਲਾਂਗਾ, ਕਿਉਂਕਿ ਦਾਗ ਆ ਨਾ ਜੀ ਪੱਗ ਤੇ। ਪੰਜਾਬ ਪੱਧਰ ਦੀ ਰਾਜਨੀਤੀ ਨੂੰ ਕਿੱਦਾਂ ਦੇਖਦੇ ਵੀ ਇਸ ਵਕਤ ਤੁਹਾਡੀ ਪਾਰਟੀ ਸਰਕਾਰ ਬਣਾਉਣ ਦੇ ਸਮਰੱਥ ਹੈ? ਸਾਡੀ ਪਾਰਟੀ ਸਰਕਾਰ ਬਣਾਏਗੀ ਤੇ ਅਸੀਂ ਬਹੁਤ ਵੱਡਾ ਪੰਜਾਬ ਦੇ ਵਿੱਚ ਰਿਲੀਫ ਦਵਾਵਾਂਗੇ, ਕਰਜ਼ੇ ਮਾਫ ਕਰਾਵਾਂਗੇ, ਡਿਵੈਲਪਮੈਂਟ 'ਚ ਜਿਹੜੀ ਇੰਡਸਟਰੀ ਨਹੀਂ ਲੱਗੀ ਉਹ ਲਿਆਵਾਂਗੇ। ਜਿਵੇਂ PGI ਦਾ ਸੈਟਲਾਈਟ ਦਾ ਪ੍ਰੋਜੈਕਟ ਆ ਰਿਹਾ ਹੈ, ਉੱਦਾਂ ਰਹਿ ਗਿਆ, ਉਹ ਦਵਾਵਾਂਗੇ। ਜਿਹੜੇ ਪ੍ਰੋਜੈਕਟ ਨੇ ਇਹ ਤਾਂ ਅਨਾਉਂਸ ਕਰਾਉਣੇ ਹੀ ਕਰਾਉਣੇ। ਅਸੀਂ ਐਡੀਸ਼ਨ ਪ੍ਰੋਜੈਕਟ ਵੀ ਅਨਾਉਂਸ ਕਰਾਵਾਂਗੇ। ਤੇ ਪੰਜਾਬ 'ਚ ਗਰੀਬ ਲੈਵਲ ਦੀ ਬੜੀ ਗਿਣਤੀ ਹੋ ਗਈ ਹੈ। 10 ਸਾਲਾਂ 'ਚ ਮੋਦੀ ਸਾਹਿਬ ਨੇ ਬੜੇ ਘਰ ਬਣਵਾਤੇ ਨੇ ਸਕੀਮ ਦੇ ਕੇ ਕਿ 5 ਮਰਲੇ ਦੇ ਘਰ ਵਾਲੇ ਨੂੰ ਤੁਸੀਂ ਰਿਲੀਫ ਦਿਓ, ਲੋਨ ਦਿਓ, ਸਬਸਿਡੀ ਦਿਓ। ਪਰ ਬਹੁਤ ਵਧੀਆ ਤਰੀਕੇ ਨਾਲ ਘਰਾਂ ਤੱਕ ਪਹੁੰਚ ਨਹੀਂ ਹੋ ਸਕੀ, ਕਰਨੀ ਹੈ। ਬੈਂਕਾਂ ਨੇ ਇੰਡਸਟਰੀ ਨੂੰ ਕੋਈ ਪੈਸਾ ਨਹੀਂ ਛੱਡਿਆ, ਸਗੋਂ ਲੋਕਾਂ ਦੇ ਕੰਮ ਬੰਦ ਕਰਵਾਤੇ
ਜੇ ਕੋਈ ਨਹੀਂ ਕਰੋਨਾ 'ਚ ਪੈਸਾ ਦੇ ਸਕਿਆ ਤੇ ਉਹਨਾਂ ਦੀਆਂ ਲਿਮਟਾਂ ਖਰਾਬ ਕਰਤੀਆਂ, ਉਹਨਾਂ ਦੇ ਅਕਾਊਂਟ ਖਰਾਬ ਕਰਤੇ। ਇੰਡਸਟਰੀ ਵੱਲ ਧਿਆਨ ਦੇਵਾਂਗੇ, ਕਿਉਂਕਿ ਸਾਡੇ ਕੋਲ ਖੇਤੀ ਦੇ ਬਿਨਾਂ ਇਸ ਸੂਬੇ 'ਚ ਹੋਰ ਕੁਝ ਨਹੀਂ। ਜਿਹੜੀ ਇੰਡਸਟਰੀ ਲੱਗੀ ਏ ਬਹੁਤ ਸਾਰੀ ਬਾਹਰ ਸ਼ਿਫਟ ਹੋਈ ਹੈ, ਅਸੀਂ ਉਹਨੂੰ ਵਾਪਸ ਲਿਆਵਾਂਗੇ। ਤੇ ਜਿੰਨੇ ਸਾਡੇ ਬਾਹਰ NRI ਵੀਰ ਵਸਦੇ ਨੇ, ਜੇ ਕਿਸੇ ਨੂੰ ਬਲੈਕ ਲਿਸਟ 'ਚ ਪਾਇਆ ਉਹਨੂੰ ਕਲੀਅਰ ਕਰਾਵਾਂਗੇ, ਉਹਨਾਂ ਨਾਲ ਸਿੱਧੀ ਅਪਰੋਚ ਰੱਖਾਂਗੇ। ਜੇ ਕੋਈ ਕਿਸਾਨੀ ਮਸਲਾ ਉਹਨੂੰ ਹਰ ਵੇਲੇ ਪਹਿਲ ਦਿਆਂਗੇ, ਕੋਈ ਆਵਾਜ਼ ਕੋਈ ਗੱਲ ਉੱਠੇਗੀ ਉਹਨੂੰ ਕਲੀਅਰ ਕਰਾਂਗੇ। ਜਿਹਦੇ ਨਾਲ ਕਿਸਾਨ ਹੈ, ਜਿਹਦੇ ਨਾਲ ਜਵਾਨ ਹੈ, ਉਹੀ ਪਹਿਲਵਾਨ ਹੈ। ਤੇ ਜੋ ਸਮਝ ਹੋਏਗੀ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ। ਫਾਇਦਾ ਤਾਂ ਹੈ ਨਾ ਵੀ ਲੱਗੇ, ਕਿਉਂਕਿ ਸਾਡੇ ਕੋਲ ਸੈਂਟਰ ਸਰਕਾਰ ਦੀ ਤਾਕਤ ਜੇ ਆ ਜਾਂਦੀ ਪੰਜਾਬ ਕੋਲ, ਤੇ ਆਉਣ ਵਾਲੇ ਸਮੇਂ 'ਚ ਬੜੇ ਰੰਗ ਬਦਲਣਗੇ। ਲੋਕ ਇਸ ਗੱਲ ਨੂੰ ਸੋਚਣਗੇ। ਇੱਕ ਮੋਦੀ ਸਾਹਿਬ ਦਾ ਰਸਤਾ ਰੋਕਣ ਤੇ ਲੱਖਾਂ ਵੋਟਾਂ ਦਾ ਫਰਕ ਪੈ ਗਿਆ। ਆਪਣਾ ਅਸੈਸ ਕਰ ਲਵੇ ਕੋਈ ਵੀ। ਅਸੀਂ ਆਪਣੀ ਮੂਵਮੈਂਟ ਵਧਾਉਣੀ ਹੈ। ਅਸੀਂ ਇਹ ਪ੍ਰੋਜੈਕਟ ਦੇ ਦਿੰਦੇ, ਅੱਗੇ ਦੂਜੀਆਂ ਪਾਰਟੀਆਂ ਥਰੂ ਦਿੰਦੇ ਸੀ, ਹੁਣ ਅਸੀਂ ਸਿੱਧੇ ਤੌਰ ਤੇ ਆਪਣੀ ਪਾਰਟੀ ਵੱਲੋਂ ਦੇ। ਸਾਹਿਬ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਜੀ, ਬਹੁਤ ਮਿਹਰਬਾਨੀ। ਇਹ ਸਨ ਸਰਦਾਰ ਸਰਬਜੀਤ ਸਿੰਘ ਜੀ ਮੱਕੜ। ਉਹਨਾਂ ਦਾ ਮੰਨਣਾ ਆ ਕਿ ਬੀਤੇ ਤੋਂ ਸਿੱਖ ਕੇ, ਬੀਤੇ ਦੀਆਂ ਗਲਤੀਆਂ ਨੂੰ ਛੱਡ ਕੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦਾ ਹਰ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ ਲਈ ਵੱਡੇ ਪੈਕੇਜ ਲੈਣ ਲਈ ਯਤਨ ਕਰੇਗਾ। ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਵੱਡੀਆਂ ਮੰਗਾਂ ਨੂੰ ਲੈ ਕੇ ਭਾਰਤ ਸਰਕਾਰ, ਕੇਂਦਰ ਸਰਕਾਰ ਕਿਹੜਾ ਤੋਹਫਾ ਦਿੰਦੀ ਆ। ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।